ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿਓ ਬਾਰਨ ਦੁਸ਼ਟ ਸਭਨ ਕੋ ਮੂਲਿਓ ਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਗਰੀਬ ਨਵਾਜ ਸਤਿਗੁਰੂ ਪਰਉਪਕਾਰੀ ਸਰਵਸੁਦਾਨੀ ਸ਼ਾਹੇ ਸ਼ਹਿਨਸ਼ਾਹ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਜਗਤੇਸ਼ ਪਿਤਾ ਸਤਿਗੁਰੂ ਧੰਨ ਧੰਨ ਪਿਆਰੇ ਗੁਰੂ ਜਗਤ ਗੁਰੂ ਸ਼੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਪਾਵਨ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਤਖਤ ਸਾਹਿਬ ਜੀ ਦੀ ਆਦਿ ਕਾਲ ਦੀ ਚੱਲੀ ਆਈ ਮਰਜ਼ਾਦਾ ਅਨੁਸਾਰ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਕਥਾ ਅਤੇ ਪਟਨਾ ਸਾਹਿਬ ਵਿਖੇ ਕੀਤੇ ਹੋਏ ਬਾਲ ਚੋਜਾਂ ਦੀ ਕਥਾ ਬਾਲ ਲੀਲਾ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆਪਾਂ ਸਰਵਣ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ। ਗਰੀਬ ਨਿਵਾਜ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਨ ਕੀਤਾ। ਉਹ ਸਮੇਂ ਖੁਦਾ ਰਸ਼ੀਦ ਫਕੀਰ ਰੱਬ ਨੂੰ ਪ੍ਰਿਆਪਤ ਹੋਈ ਆਤਮਾ ਮਹਾਤਮਾ ਧਰਮਾਤਮਾ ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਵਾਹਿਗੁਰੂ ਵਿੱਚ ਇੱਕ ਮਿੱਕ ਹੋਇਆ ਹਿਰਦਾ ਗੁਰਮੁਖ ਪਿਆਰੇ ਰੱਬ ਵਿੱਚ ਮਿਲੇ ਹੋਏ ਸਾਈਂ ਜੀ ਸਾਹਿਬ ਸਾਈਂ ਭੀਖਣ ਸ਼ਾਹ ਜੀ ਸਾਹਿਬ ਉਹਨਾਂ ਨੂੰ ਇੱਧਰ ਪੂਰਬ ਨੂੰ ਪ੍ਰਕਾਸ਼ ਨੂਰ ਦਿਖਾਈ ਪਿਆ ਹੈ। ਅੱਲਾ ਪਾਕ ਦਾ ਨੂਰ ਜਦੋਂ ਕਿ ਉਹ ਪਸ਼ਚਮ ਅੱਲ੍ਹ ਮੁਕਾਮਾਂ ਮੰਨਦੇ ਹਨ ਕਿ ਅੱਲ੍ਹਾ ਦਾ ਮੁਕਾਮ ਖੁਦਾ ਦਾ ਖਾਨਾ ਰੱਬ ਦਾ ਘਰ ਪਸ਼ਚਮ ਨੂੰ ਹੈ, ਬਾਵਜੂਦ ਇਹਦੇ ਉਹਨਾਂ ਨੇ ਪੂਰਬ ਨੂੰ ਸਜਦਾ ਕੀਤਾ ਇੱਧਰ ਪਟਨੇ ਵਾਲੇ ਪਾਸੇ ਨੂੰ। ਮੁਰੀਦਾਂ ਨੇ ਪੁੱਛਿਆ ਕਿ ਸਾਈਂ ਇਹ ਕੀ ਹੋਇਆ ਹੈ, ਸੋ ਕੀ ਕਾਰਨ ਹੈ? ਤੇ ਆਪ ਜੀ ਨੇ ਕਿਹਾ ਪੂਰਬ ਦਿਸ਼ਾ ਖੁਦਾ ਵਡਿਆਵਾ ਮਾਨੁਖ ਦੇਹ ਧਾਰ ਪ੍ਰਗਟਾਵਾ ਕਿ ਵੱਡਾ ਖੁਦਾ ਦੀਨ ਦੁਨੀ ਦਾ ਖਾਵੰਦ ਪੂਰਬ ਦਿਸ਼ਾ ਵਿੱਚ ਆਇਆ। ਪੁੱਛਿਆ ਕਿ ਉਸ ਖੁਦਾ ਦਾ ਦੀਦਨੇ ਦੀਦਾਰ ਹੋਵੇਗਾ? ਜੀ ਹੋਵੇਗਾ। ਉਸ ਵੇਲੇ ਫਿਰ ਨੰਗੇ ਪੈਰੀ ਚੱਲੇ ਹਨ। ਰਸਤੇ ਵਿੱਚ ਵੀ ਕੋਈ ਜਲ ਪਾਣੀ ਪ੍ਰਸ਼ਾਦ ਪਾਣੀ ਗ੍ਰਹਿਣ ਨਹੀਂ ਕੀਤਾ ਹੈ। ਅਤੇ ਮਹਾਰਾਜ ਜੀ ਦਾ ਜਿਹੜਾ ਸੁੰਦਰ ਦਰਬਾਰ ਇਹਦੇ ਬਾਰ-ਬਾਰ ਬਹਿ ਗਏ ਹਨ ਪਰ ਦਰਸ਼ਨ ਨਹੀਂ ਹੋਇਆ ਹੈ। ਕਿਉਂਕਿ ਮਾਮਾ ਕਿਰਪਾਲ ਚੰਦ ਜੀ ਸਾਹਿਬ ਮਾਤਾ ਨਾਨਕੀ ਜੀ ਸਾਹਿਬ ਮਾਤਾ ਗੁਜਰੀ ਜੀ ਸਾਹਿਬ ਆਦਿਕ ਭਾਈ ਦਿਆਲ ਦਾਸ ਜੀ ਜਿਨ੍ਹਾਂ ਨੂੰ ਅਸੀਂ ਭਾਈ ਦਿਆਲਾ ਜੀ ਸਾਹਿਬ ਕਹਿੰਦੇ ਹਾਂ, ਇੱਥੋਂ ਦੇ ਉਹ ਮੁੱਖ ਜਥੇਦਾਰ ਸੇਵਾਦਾਰ ਸਨ। ਉਸ ਸਮੇਂ ਮਹਾਰਾਜ ਜੀ ਦੇ ਸਮੇਂ ਇਹਨਾਂ ਗੁਰਸਿੱਖਾਂ ਨੇ ਵਿਚਾਰਿਆ ਕਿ ਮੁਸਲਮਾਨੀ ਜਾਮਾ ਹੈ ਔਰ ਵੈਸੇ ਵੀ ਮਹਾਰਾਜ ਜੀ ਦਾ ਹੁਣੇ ਪ੍ਰਕਾਸ਼ ਹੋਇਆ ਹੈ, ਸਰਦੀ ਬਹੁਤ ਪੈਂਦੀ ਹੈ, ਗੰਗਾ ਜੀ ਦੇ ਕੰਢੇ ਹੋਣੇ 'ਤੇ ਵੀ ਦਰਸ਼ਨ ਕਰਾਉਣਾ ਮੁਨਾਸਿਬ ਨਹੀਂ ਹੋਵੇਗਾ, ਠੀਕ ਨਹੀਂ ਹੋਵੇਗਾ। ਪਰ ਇਹ ਮਹਾਰਾਜ ਦੇ ਦਰਬਾਰ ਦੇ ਸਾਹਮਣੇ ਬਹਿ ਗਏ ਹਨ। ਕੱਲ੍ਹ ਦੀ ਕਥਾ ਦੇ ਅਖੀਰ ਵਿੱਚ ਬਚਨ ਸਨ ਬਿਨਾ ਬਿਲੋਕੇ ਲੋਚਨ ਆਗੇ ਤਬ ਲੋ ਖਾਨ ਪਾਨ ਸਭ ਤਿਆਗੇ। ਦਰਸ਼ਨਾਂ ਤੋਂ ਬਿਨਾਂ ਖਾਣ ਪਾਣ ਸਭ ਛੱਡ ਦਿੱਤਾ ਹੈ, ਕੁਛ ਵੀ ਖਾਂਦੇ ਪੀਂਦੇ ਨਹੀਂ ਹਨ। ਸੋ ਇਸ ਤਰ੍ਹਾਂ ਹਠ ਧਾਰਨ ਕਰਕੇ ਸੋ ਆਪ ਜੀ ਮਹਾਰਾਜ ਦੇ ਦਰਬਾਰ ਵਿੱਚ ਸਾਈਂ ਭੀਖਣ ਸ਼ਾਹ ਜੀ ਸਾਹਿਬ ਸੱਜ ਗਏ ਹਨ। ਇਹਨਾਂ ਨੂੰ ਦੀਦਾਰ ਹੁੰਦਾ ਹੈ ਕਿ ਨਹੀਂ ਹੁੰਦਾ ਹੈ? ਜੇ ਹੁੰਦਾ ਹੈ ਤੇ ਕਿਵੇਂ ਹੁੰਦਾ ਹੈ? ਉਹ ਕਥਾ ਦੀ ਅਗਲੀ ਲੜੀ ਜਿਤਨੇ ਵੀ ਮਾਈ ਭਾਈ ਬਿਰਧ ਬਾਲਿਕ गरीब निवाज महाराज जी की पवित्र गोद में सुभायमान होकर और देशों विदेशों प्रदेशों में दूर दर्शन दूर सरवण मीडिया के जरिए महाराज की कथा के नाल जुड़ रहे हो। भाई एकाग्रता बनाओ, निक्के निक्के प्यारे बच्चों कंट्रोल में रखियो और मोबाइल फोन खास करके बंद
ਜਾਂ ਸਾਇਲੈਂਟ ਤੇ ਲਾਓ, ਭਾਵ ਇਕਾਗਰਤਾ ਬਣਾਓ। ਸਤਿਗੁਰਾਂ ਦੀ ਬਾਲ ਲੀਲਾ ਦੀ ਕਥਾ, ਗਰੀਬ ਨਿਵਾਜ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਕਥਾ, ਬਾਲ ਚੋਜਾਂ ਦੀ ਪਵਿੱਤਰ ਕਥਾ ਦੇ ਨਾਲ ਜੁੜੋ, ਇਕਾਗਰਤਾ ਬਣਾਓ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਰਸਨਾ ਪਵਿੱਤਰ ਕਰੋ। ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਪਿਆਰ ਨਾਲ ਫੇਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਬਸੇ ਨਿਸਾ ਕਹਿ ਰਹੇ, ਭੋ ਖਾਨ ਪਾਨ ਨਹਿ ਕੀਨ। ਕਹਿੰਦੇ ਇਸ ਤਰ੍ਹਾਂ ਰਾਤ ਇੱਥੇ ਆਪ ਜੀ ਨੇ ਵਿਸ਼ਰਾਮ ਕੀਤਾ ਹੈ। ਉਹ ਰਾਤ ਬੜਾ ਕਹਿਆ ਹੈ, ਸਮਝਾਇਆ ਹੈ। ਮਾਤਾ ਜੀ ਸਾਹਿਬ ਜੀ ਨੇ, ਮਾਮਾ ਕਿਰਪਾਲ ਚੰਦ ਜੀ ਸਾਹਿਬਾਦ ਗੁਰਸਿੱਖਾਂ ਨੇ, ਬਾਵਜੂਦ ਇਹਦੇ ਆਪ ਜੀ ਨੇ ਕੁਛ ਖਾਣ ਪੀਣ ਨਹੀਂ ਕੀਤਾ, ਅੰਨ ਜਲ ਨਹੀਂ ਗ੍ਰਹਿਣ ਕੀਤਾ, ਲੰਗਰ ਨਹੀਂ ਛਕਿਆ ਹੈ ਕਿ ਜੇ ਦਰਸ਼ਨ ਹੋਣਗੇ ਤੇ ਕੁਝ ਖਾਵਾਂਗਾ, ਨਹੀਂ ਤੇ ਮੈਂ ਨੈਣੀ ਨੀਂਦ ਨਾ ਆਵੈ, ਜੀਉ ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ, ਬਿਨ ਪ੍ਰਿਯ ਕਿਉ ਸੁਖ ਪਾਈਐ। ਗੁਰ ਆਗਿਆ ਕਰੋ ਬੇਨੰਤੀ, ਜੇ ਗੁਰ ਭਾਵੈ ਜਿਉ ਮਿਲੈ ਤਿਵੇਂ ਮਿਲਾਈਐ। ਜਿਵੇਂ ਕਿਵੇਂ ਮਰਜੀ ਦੀਦਾਰ ਹੋ ਜਾਵੇ, ਇਹ ਤਮੰਨਾ ਹੈ। ਭਏ ਪ੍ਰਾਤ ਬੈਸੇ ਸੋ ਥਲ, ਦਵਾਰ ਅਗਾਰੇ ਤੀਨ। ਕਹਿੰਦੇ ਇਸ ਤਰ੍ਹਾਂ ਪ੍ਰਭਾਤ ਸਵੇਰ ਹੋਣ ਤੱਕ ਸਾਰੀ ਰਾਤ ਭਰ ਸੋਹਣੀ ਜਗ੍ਹਾ ਤੇ ਬੈਠੇ ਰਹੇ ਨੇ। ਤਖਤ ਸਾਹਿਬ ਜੀ ਦੇ ਦਰਵਾਜ਼ੇ ਦੇ ਬਾਰ-ਬਾਰ ਚੋਪਈ ਸਿਮਰਤ ਹਿਰਦੇ ਨਾਮ ਗੁਰ ਕੇਰੇ। ਕਹਿੰਦੇ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਮਹਾਰਾਜ ਜੀ ਦੇ ਪਵਿੱਤਰ ਨਾਮ ਨੂੰ ਸਿਮਰਦੇ ਸਿਮਰਨ ਕਰਦੇ ਹਨ। ਦੇਹੁ ਦਰਸ ਪੂਰਨ ਪ੍ਰਭ ਮੇਰੇ। ਬੇਨਤੀ ਕਰਦੇ ਨੇ ਮੇਰੇ ਪੂਰਨ ਪ੍ਰਭੂ, ਮੇਰੇ ਮਾਲਿਕ, ਦੀਨ ਦਨੀ ਕੋ ਖਾਵੰਦ ਸਤਿਗੁਰੂ, ਕਿਰਪਾ ਕਰਕੇ ਦੀਦਾਰ ਬਖਸ਼ੋ ਗਰੀਬ ਨਿਵਾਜ। ਦੂਰ ਦੇਸ ਆਗਮਨ ਹਮਾਰਾ। ਮਹਾਰਾਜ ਬੜੀ ਦੂਰ ਦੇਸ਼ ਤੋਂ ਤੁਹਾਡੇ ਚਰਨਾਂ 'ਚ ਚੱਲ ਕੇ ਆਇਆ ਹਾਂ। ਪੂਰੋ ਮਨ ਸੰਕਲਪ ਦੀਦਾਰਾ। ਮਹਾਰਾਜ ਮੇਰੇ ਮਨ ਦਾ ਜਿਹੜਾ ਸੰਕਲਪ ਹੈ, ਮਨ ਦਾ ਮਨੋਰਥ ਹੈ, ਦਰਸ਼ਨਾਂ ਦੀ ਜੋ ਭਾਵਨਾ ਹੈ, ਪੂਰੀ ਕਰੋ ਆਪ। ਸਭ ਕਟ ਕੋ ਮਾਲਿਕ ਗੁਰ ਪੂਰਾ। ਸਤਿਗੁਰੂ ਮੈਂ ਜਾਣਦਾ ਹਾਂ ਤੁਸੀਂ ਦਿਲ ਜਾਨੀ ਹੋ, ਅੰਤਰ ਜਾਮੀ ਹੋ, ਹਵਾਲ ਮਾਲੂਮ ਕਰਦੰ ਪਾ ਕੇ ਅੱਲਾ ਪਾਕ ਹੋ। ਅੰਦਰ ਦੇ ਹਵਾਲ ਨੂੰ ਮਾਲੂਮ ਕਰਦੇ ਹੋ, ਮਹਿਸੂਸ ਕਰਦੇ ਹੋ, ਜਾਣਦੇ ਹੋ। ਪਿਤਾ ਮਹਿਰਣ ਮਹਿਸੂਰਾ। ਮਹਾਰਾਜ ਤੁਹਾਡੇ ਪਿਤਾ ਪਤਾਮੇ ਸਤਿਗੁਰੂ ਗੁਰੂ ਤੇਗ ਬਹਾਦਰ ਕਰਨ ਕਾਰਨ ਕਾਦਰ, ਔਰ ਇਸੇ ਪ੍ਰਕਾਰ ਦਾਦਾ ਪਿਤਾ ਸਤਿਗੁਰੂ ਗਰੀਬ ਨਿਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜੇ ਜੁਝਾਰੂ ਤੇ ਚਰਨਾਂ ਵਿੱਚੋਂ ਲੱਖਾਂ ਹੀ ਜੁਝਾਰੂ ਪੈਦਾ ਕਰਨ ਵਾਲੇ ਆਪ ਜੀ ਨੂੰ ਕਾਹਦਾ ਭੈ ਹੈ। ਮਨ ਪ੍ਰੇਰ ਹੋ ਗਏ ਜਬ ਇਨ ਕੇਰੇ। ਮਹਾਰਾਜ ਆਪ ਜੀ ਦੇ ਆਸ-ਪਾਸ ਰਹਿਣ ਵਾਲਾ ਪਰਿਵਾਰ ਤੇ ਗੁਰਸਿੱਖ ਜਦੋਂ ਇਹਨਾਂ ਦੇ ਮਨ ਆਪ ਕਿਰਪਾ ਕਰਕੇ ਪ੍ਰੇਰੋਗੇ, ਬਾਲਕ ਰੂਪ ਲਹੇ ਤਬ ਹੇਰੇ। ਉਸ ਵੇਲੇ ਮੈਂ ਤੁਹਾਡਾ ਬਾਲ ਰੂਪ ਦੇ ਵਿੱਚ, ਬਾਲਾ ਪ੍ਰੀਤਮ ਦੇ ਰੂਪ ਦੇ ਵਿੱਚ ਦੀਦਾਰ ਕਰਾਂਗਾ, ਜੇ ਆਪ ਜੀ ਕਿਰਪਾ ਕਰੋਗੇ ਤਾਂ। ਆਪਨ ਪ੍ਰੇਮ ਕੀ ਪੁਰਹੁ ਭਾਵਨਾ। ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਭੋਰਾ ਹਾਂ ਸਤਿਗੁਰੂ। ਆਪ ਜੀ ਆਪਣੀ ਪ੍ਰੀਤ ਪਿਆਰਾ ਹੋ, ਆਪਣੀ ਪ੍ਰੀਤੀ ਦੇ ਪਿਆਰੇ ਹੋ ਮਹਾਰਾਜ। ਆਪਣੇ ਪਿਆਰੇ ਦੀ, ਆਪਣੇ ਸੇਵਕ ਦੀ ਮਨ ਦੀ ਭਾਵਨਾ ਪੂਰੀ ਕਰੋ ਮਹਾਰਾਜ। ਦਰਸ਼ਨਾਂ ਤੋਂ ਬਿਨਾਂ ਨਾ ਮਰ ਜਾਵਾਂ। ਪਰਖੋ ਪਰਮ ਸੋ ਪ੍ਰੇਮ ਪਾਵਨਾ। ਮਹਾਰਾਜ ਆਪ ਜੀ ਕਿਰਪਾ ਕਰਦੇ ਹੋ, ਪ੍ਰੇਮ ਦੀ ਲਾਜ ਰੱਖਣ ਵਾਲੇ ਹੋ। ਅਗਰ ਕੋਈ ਮੇਰੇ 'ਚ ਖੋਟ ਲੱਗਦੀ ਹੈ ਤੇ ਪਰਖ ਕੇ ਦੇਖ ਲਓ, ਜਿੰਨਾ ਮਰਜੀ ਮੇਰੀ ਮੁਹੱਬਤ ਨੂੰ ਪਰਖ ਲਓ ਮਹਾਰਾਜ। ਆਪ ਜੀ ਦੀ ਕਿਰਪਾ ਸਦਕਾ ਇਹ ਖਰੀ ਉਤਰੇਗੀ। ਘਟ ਘਟ ਕੀ ਤੁਮ ਜਾਣਨ ਹਾਰੇ। ਮਹਾਰਾਜ ਦਿਲ ਜਾਨੀ ਹੋ, ਅੰਤਰ ਜਾਮੀ ਹੋ, ਬਿਨ ਬਕਨੇ ਬਿਨ ਕਹਿਨ ਕਹਾਨ ਅੰਤਰ ਜਾਮੀ ਜਾਣੈ। ਦਰਸ਼ਨ ਦੇਹੋ ਜਾਨ ਮਨ ਪਿਆਰੇ। ਮਹਾਰਾਜ ਮੇਰੀ ਕਿਰਪਾ ਕਰੋ, ਮੇਰੇ ਮਨ ਨੂੰ ਤੁਹਾਡੇ ਦਰਸ਼ਨ ਪਿਆਰੇ ਹਨ। ਆਪਣਾ ਪਿਆਰਾ ਜਾਣ ਕੇ ਮੇਰੇ ਪਿਆਰੇ ਪ੍ਰੀਤਮ ਦੀਦਾਰ ਬਖਸ਼ੋ ਆਪ। ਇਤਿਆਦਿਕ ਗੁਣ ਵਰਣਨ ਕਰਤੇ। ਕਵੀ ਜੀ ਕਹਿੰਦੇ ਇਤਿਆਦਿਕ ਦਰਵਾਜ਼ੇ ਦੇ ਬਾਹਰ ਬੈਠੇ ਹੋਏ ਮਹਾਰਾਜ ਜੀ ਦੇ ਸੁੰਦਰ ਸੋਹਣੇ ਗੁਣਾਂ ਦਾ ਵਰਣਨ ਕਰਦੇ ਹਨ। ਵੀ ਪੁਨ ਸਾਰੇ ਪ੍ਰਕਾਸ਼ ਨਿਹਰਤੇ। ਕਹਿੰਦੇ ਇਸ ਤਰ੍ਹਾਂ ਸਾਰੀ ਰਾਤ ਬੈਠਿਆਂ ਭੁੱਖਿਆਂ ਪਿਆਸਿਆਂ ਬਤੀਤ ਹੋ ਗਈ ਜੀ। ਅੰਮ੍ਰਿਤ ਵੇਲਾ ਵੀ ਲੰਘ ਗਿਆ,
ਜੀ ਸੂਰਜ ਚੜ ਗਿਆ ਹੈ ਅਗਲੇ ਦਿਨ ਦਾ। ਸਿਰ ਗੁਰ ਘਰ ਕੇ ਸੇਵਕ ਸਾਰੇ, ਜਿਹੜੇ ਮਹਾਰਾਜ ਜੀ ਦੇ ਘਰ ਦੇ ਜਿਤਨੇ ਵੀ ਸੇਵਕ, ਸੇਵਾਦਾਰ, ਪਹਿਰੇਦਾਰ, ਅਹਿਲਕਾਰ ਗੁਰਸਿੱਖ ਸਨ, ਅਹੁਦਿਆਂ ਵਾਲੇ, ਸੁਨ ਸੁਨ ਆਏ ਸਮੀਪ ਨਿਹਾਰੇ। ਸਾਰੇ ਜੀ ਇੱਥੇ ਰੌਲਾ ਨਾ ਪੈ ਗਿਆ ਜੀ, ਹਫੜਾ ਥਫੜੀ ਮੱਚ ਗਈ ਕਿ ਕੋਈ ਫੱਕਰ ਆਇਆ ਹੈ ਜੀ ਨੰਗੇ ਪੈਰੀ ਆਇਆ ਹੈ ਜੀ, ਉਹਨੂੰ ਕਿਹਨੇ ਦੱਸਿਆ ਹੈ। ਸੋ ਇਹ ਬੜੀ ਹੈਰਾਨਗੀ ਦੀ ਗੱਲ ਹੋਈ। ਲੋਕ ਆਣ ਕੇ ਦੀਦਾਰ ਕਰਨ ਵਾਸਤੇ ਆਏ ਕਿ ਮੁਸਲਮਾਨੀ ਜਾਮੇ ਵਿੱਚ ਕੋਈ ਫਕੀਰ ਲੋਕ, ਕੋਈ ਦਰਵੇਸ਼ ਲੋਕ ਆਏ ਹਨ। ਮਸੱਲਾ ਵਿਛਾਇਆ ਹੋਇਆ ਹੈ, ਤਸਬੀਹ ਫੇਰੀ ਜਾਂਦੇ ਨੇ, ਮਾਲਾ ਫੇਰਦੇ ਨੇ, ਖਾਂਦੇ ਪੀਂਦੇ ਕੁਛ ਨਹੀਂ ਹਨ, ਦਰਸ਼ਨਾਂ ਦੀ ਤਮੰਨਾ ਲੈ ਕੇ ਆਏ ਨੇ, ਉੱਚੀ ਉੱਚੀ ਕਹੀ ਜਾਂਦੇ ਨੇ ਖੁਦਾਇਦ ਖੁਦਾਇਦ ਖੁਦਾਇਦ। ਅਖੇ ਦੁਨੀਆ ਦੇ ਲੋਕੋ ਖੁਦਾ ਆ ਗਿਆ ਜੇ, ਅੱਲਾ ਆ ਗਿਆ ਜੇ, ਅੱਲਾ ਆ ਗਿਆ ਜੇ, ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦੇ ਹਨ ਜੀ। ਰੌਲਾ ਪੈ ਗਿਆ ਹੈ ਪੂਰੇ ਪਟਨੇ ਵਿੱਚ, ਤਸਬੀਹ ਹੱਥ ਫੇਰਬੋ ਕਰਹੀ। ਤੇ ਰੌਲਾ ਕੀ ਪੈ ਗਿਆ ਕਿ ਹੱਥ ਵਿੱਚ ਫੜੀ ਹੋਈ ਹੈ ਤਸਬੀਹ ਮਾਲਾ, ਜੋ ਮੁਸਲਮਾਨ ਲੋਕ ਫੜਦੇ ਹਨ, ਉਹ ਮਾਲਾ ਹੱਥ ਵਿੱਚ ਫੜੀ ਹੋਈ ਫੇਰੀ ਜਾਂਦੇ ਹਨ, ਗੋਬਿੰਦੇ 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 ਜਪੀ ਜਾਂਦੇ ਹਨ। ਸ੍ਰੀ ਨਾਨਕ ਕੋ ਸਿਮਰਤ ਉਰਹੀ। ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਮਰਦੇ ਹਨ। ਦਰਸ਼ਨ ਦਰਸੇ ਬਿਨਾ ਨਾ ਜਾਉ। ਬਸ ਇੱਕੋ ਹੀ ਮਨ ਵਿੱਚ ਇਹਨਾਂ ਦੇ ਭਾਵਨਾ ਹੈ ਤੇ ਉੱਚੀ ਉੱਚੀ ਕਹਿੰਦੇ ਨੇ ਭਲਿਓ ਦੀਦਾਰ ਦੇ ਦਿਓ, ਰਸਤੇ 'ਚ ਦੀਵਾਰ ਨਾ ਬਣੋ, ਮੈਂ ਦੀਦਾਰ ਕੀਤੇ ਬਿਨਾ ਨਹੀਂ ਜਾਵਾਂਗਾ। ਬੈਠਿਓ ਇਤ ਹੀ ਦਿਵਸ ਬਿਤਾਓ। ਨਹੀਂ ਤੇ ਕਿੰਨੇ ਮਰਜ਼ੀ ਦਿਨ ਬਤੀਤ ਹੋ ਜਾਣ, ਦਰਸ਼ਨ ਹੋਏ ਤੇ ਘਰ ਜਾਵਾਂਗਾ, ਨਹੀਂ ਤੇ ਇੱਥੇ ਮਰ ਜਾਵਾਂਗਾ। ਜੇ ਦੀਦਾਰ ਹੋ ਗਏ ਤੇ ਵਾਪਸ ਜਾਵਾਂਗਾ, ਨਹੀਂ ਤੇ ਇੱਥੇ ਹੀ ਕਬਰ ਕੁਬਰ ਬਣ ਜਾਵੇਗੀ। ਸ੍ਰੀ ਨਾਨਕ ਕੋ ਸਦਨ ਮਹਾਨਾ। ਇਹ ਦੁਨੀਆ ਨੂੰ ਪੁਕਾਰ ਪੁਕਾਰ ਕੇ ਕਹਿੰਦੇ ਭਾਈ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਹੈ ਪਟਨਾ, ਇਹ ਪਟਨਾ ਗੁਰੂ ਕਾ ਘਰ ਹੈ। ਇੰਦਰ ਤੁਰਕਨ ਏਕ ਸਮਾਨਾ। ਕਿਆ ਮੇਰੇ ਤੋਂ ਨਫ਼ਰਤਾਂ ਨਾ ਕਰੋ ਕਿ ਮੈਂ ਤੁਹਾਡਾ ਹਮ ਮਜ਼ਹਬ ਨਹੀਂ ਹਾਂ, ਹਮ ਅਕੀਦਾ ਨਹੀਂ ਹਾਂ, ਮੈਂ ਸਿੱਖ ਨਹੀਂ ਹਾਂ, ਮੇਰੇ ਦਸਤਾਰ ਨਹੀਂ, ਮੈਂ ਬਾਣੀ ਅਤੇ ਬਾਣੇ ਦਾ ਧਾਰਨੀ ਨਹੀਂ। ਇਸ ਤਰ੍ਹਾਂ ਸੋਚ ਕੇ ਐਵੇਂ ਨਫ਼ਰਤ ਨਾ ਕਰੋ, ਮੈਨੂੰ ਵੱਖਰਾ ਨਾ ਜਾਣੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਜੋ ਹੈ ਹਿੰਦੂ ਅਤੇ ਤੁਰਕ ਦੋਨਾਂ ਦਾ ਸਾਂਝਾ ਹੈ। ਪੱਖਪਾਤ ਜਿਨ ਕੇ ਕੁਛ ਨਹੀਂ। ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਕੋਈ ਪੱਖਪਾਤ ਨਹੀਂ, ਕੁਦਰਤ ਕੇ ਸਭ ਬੰਦੇ, ਔਰ ਇਸੇ ਪ੍ਰਕਾਰ ਕੌਣ ਭਲੇ ਕੋ ਮੰਦੇ ਦੀ ਧੁਨ ਉੱਠਦੀ ਹੈ। ਸਰਦਾ ਹੇਰਤ ਹੈ ਉਰ ਮਾਹੀ। ਮਹਾਰਾਜ ਤੇ ਬਸ ਹਿਰਦੇ ਦੀ ਸ਼ਰਧਾ ਵੇਖਦੇ ਨੇ, ਅਕੀਦਾ ਵੇਖਦੇ ਨੇ। ਸ਼ਰਧਾ ਭਾਵੇਂ ਕੋਈ ਦੀਨ ਇਸਲਾਮ ਦਾ ਵਾਕਿਫ ਰੱਖਦਾ ਹੋਵੇ, ਕੋਈ ਸਨਾਤਨੀ ਰੱਖਦਾ ਹੋਵੇ, ਜਾਂ ਕੋਈ ਦਾੜੇ ਪੱਗ ਵਾਲਾ ਰੱਖਦਾ ਹੋਵੇ। ਜੇ ਸ਼ਰਧਾ ਨਹੀਂ ਹੈ ਤੇ ਭਾਵੇਂ ਕੋਈ ਆਪਣੇ ਆਪ ਨੂੰ ਸਿੱਖ ਵੀ ਸਦਾਉਂਦਾ ਹੈ, ਉਹ ਪ੍ਰਵਾਨ ਨਹੀਂ ਚੜ੍ਹੇਗਾ। ਜੇ ਭਾਵਨਾ ਨਹੀਂ ਹੈ ਤੇ ਇਸ ਕਰਕੇ ਭਲਿਓ ਮੇਰੀ ਭਾਵਨਾ ਦੇਖੋ, ਮੈਨੂੰ ਦੀਦਾਰ ਕਰਾ ਦਿਓ, ਮੇਰੇ ਪ੍ਰਾਣ ਨਾ ਨਿਕਲ ਜਾਣ ਪਹਿਲਾਂ। ਗੁਰ ਕੇ ਕਰ ਕੀ ਇਹ ਮੇਰੇ ਜਾਦ। ਇਹ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਆਦ ਕਾਲ ਦੀ ਰੀਤੀ ਹੈ, ਮਰਜ਼ਾਦਾ ਹੈ। ਦੂਰੀ ਨਹੀਂ ਜਗ ਬਿਤਤੀ ਆਦ। ਇਹ ਸੰਸਾਰ ਤੇ ਕੋਈ ਲੁਕੀ ਛਿਪੀ ਨਹੀਂ। ਮਹਾਰਾਜ ਮੱਕੇ ਕਾਬੇ ਵੀ ਗਏ ਹਨ, ਮਦੀਨੇ ਵੀ ਗਏ ਨੇ, ਪੀਰਪੁਰੀ ਮੁਲਤਾਨ ਵੀ ਗਏ, ਫਿਰ ਬਾਬਾ ਗਿਆ ਬਗਦਾਦ ਨੂੰ, ਬਗਦਾਦ ਵੀ ਗਏ ਹਨ। ਬਾਬੇ ਮਰਦਾਨੇ ਨੂੰ 51 ਤੋਂ 54 ਸਾਲ ਨਾਲ ਰੱਖਿਆ ਹੈ, ਉਹ ਵੀ ਤਾਂ ਮੁਸਲਮਾਨ ਹੀ ਸੀਗਾ। ਇਹ ਕੋਈ ਲੁਕੀ ਛਿਪੀ ਗੱਲ ਨਹੀਂ, ਮੈਂ ਜਾਣਦਾ ਹਾਂ ਗੁਰੂ ਨਾਨਕ ਦੇ ਘਰ ਮੁਸਲਮਾਨਾਂ ਨੂੰ ਵੀ ਬਰੋਬਰ ਦੀ ਜਗ੍ਹਾ ਹੈ। ਫਿਰ ਕਿਉਂ ਨਹੀਂ ਮੈਨੂੰ ਦੀਦਾਰ ਕਰਾਉਂਦੇ। ਸੁਨ ਕਿਰਪਾਲ ਜੁਤ ਸੇਵਕ ਸਾਰੇ। ਇਸ ਵੇਲੇ ਇਹਦੀਆਂ ਇਹ ਫਰਿਆਦਾਂ, ਇਹਦੀਆਂ ਮਿੰਨਤਾਂ, ਜੋਦੜੀਆਂ, ਬੇਨਤੀਆਂ ਸੁਣੀਆਂ ਹਨ ਮਾਮਾ ਕਿਰਪਾਲ ਚੰਦ ਜੀ ਸਾਹਿਬ ਜੀ ਦੇ ਸਮੇਤ ਸਾਰੇ ਗੁਰਸਿੱਖਾਂ ਨੇ। ਸ੍ਰੀ ਗੁਜਰੀ ਟਿਕ ਸਕਲ ਉਚਾਰੇ। ਉਸ ਵੇਲੇ ਸਤਿਕਾਰਯੋਗ ਮਾਤਾ ਗੁਜਰੀ ਜੀ ਸਾਹਿਬ, ਉਹਨਾਂ ਦੇ ਪਾਸ ਆਣ ਕੇ ਸਾਰੀ ਵਿਥਿਆ ਸੁਣਾਈ ਹੈ। ਇਹ ਤੋ ਪੀਰ ਮਹਾਦਰਵੇਸ਼। ਔਰ ਕਿਹਾ ਕਿ ਇਹ ਕੋਈ ਪੀਰ ਸਧਾਰਨ ਪੀਰ ਨਹੀਂ, ਇਹ ਦਰਵੇਸ਼ ਹੈ, ਰੱਬ ਦੇ ਦਰ ਤੱਕ ਅਵੇਸ ਪਹੁੰਚਿਆ ਹੋਇਆ ਹੈ, ਰੱਬ ਦੇ ਘਰ ਤੱਕ ਪਹੁੰਚਿਆ ਹੋਇਆ ਹੈ, ਉਹਦੇ ਦਰ ਤੱਕ ਇਹਦੀ ਪਹੁੰਚ ਬ੍ਰਹਮ ਗਿਆਨੀ ਹੈ। ਦਿਖਿਆਤ ਗੁਰ ਕੋ ਪ੍ਰੇਮ ਵਿਸ਼ੇਸ਼। ਇਹਦੇ ਹਿਰਦੇ ਵਿੱਚ ਦਿਖ ਰਿਹਾ ਹੈ ਕਿ ਅਥਾਹ ਮੁਹੱਬਤ ਹੈ, ਇੰਤਹਾਈ ਪ੍ਰੇਮ ਹੈ ਹਿਰਦੇ ਵਿੱਚ। ਦਰਸ਼ਨ ਬਿਨਾ ਚਾਹੇ ਨਹਿ ਕਾਹੀ। ਔਰ ਹਿਰਦੇ ਵਿੱਚ ਦਰਸ਼ਨਾਂ ਦੀ ਭਾਵਨਾ ਹੈ। ਬਸ
ਦਰਸ਼ ਬਿਹੁਣਾ ਸਾਧ ਜਨ ਕਤ ਸੋਭਾ ਪਾਵੈ, ਹੋਰ ਕੁਛ ਨਹੀਂ ਚਾਹੁੰਦਾ ਹੈ। ਖਾਨ ਪਾਨ ਪੀ ਕੀਨਸ ਨਾਹੀ। ਔਰ ਜਦੋਂ ਦਾ ਇਹ ਆਇਆ ਹੋਇਆ ਹੈ ਇੱਥੇ, ਇਹਨੇ ਕੁਛ ਵੀ ਖਾਦਾ ਨਹੀਂ, ਪਾਣੀ ਦਾ ਕਟੋਰਾ ਤੱਕ ਨਹੀਂ ਹੱਥ ਵਿੱਚ ਲਿਆ ਹੈ। ਬੈਠਿਓ ਸਿਮਰਤ ਨਾਮ ਖੁਦਾਏ। ਬਸ ਬੈਠਾ ਹੋਇਆ ਖੁਦਾ ਖੁਦਾ ਸਿਮਰੀ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਬਿੰਦੇ 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 ਹੀ ਸਿਮਰੀ ਜਾਂਦਾ ਹੈ। ਏਕ ਮੁਸੱਲਾ ਤਰੇ ਡਸਾਏ। ਔਰ ਵੇਖੋ ਇੰਨੀ ਸਰਦੀ ਪੈ ਰਹੀ, ਠੰਡ ਪੈ ਰਹੀ, ਕੁਛ ਵੀ ਨਹੀਂ, ਬਸ ਥੱਲੇ ਇੱਕ ਮੁਸੱਲਾ ਜੋ ਮੁਸਲਮਾਨ ਲੋਕ ਖੁਦਾ ਦੀ ਇਬਾਦਤ ਕਰਨ ਵਾਸਤੇ, ਨਮਾਜ਼ ਗੁਜ਼ਾਰਨ ਵਾਸਤੇ ਥੱਲੇ ਕੱਪੜਾ ਵਿਛਾਉਂਦੇ, ਮੋਢਿਆਂ ਤੇ ਧਰ ਲੈਂਦੇ ਨੇ, ਉਹ ਮਸੱਲਾ ਵਿਛਾਇਆ ਹੋਇਆ ਹੈ। ਔਰ ਦਰਸ਼ਨ ਕੀ ਜਿਸ ਲਿਵ ਲਾਗੀ। ਇਹਦੇ ਹਿਰਦੇ ਵਿੱਚ ਦਰਸ਼ਨਾਂ ਦੀ ਲਿਵ ਲੱਗੀ ਹੋਈ, ਸੁਰਤੀ ਬਿਰਤੀ ਜੁੜੀ ਹੋਈ ਹੈ। ਭੁੱਖ ਪਿਆਸ ਕੀ ਬਾਦਾ ਭਾਗੀ। ਔਰ ਕਿਸੇ ਤਰ੍ਹਾਂ ਦੀ ਮਨ ਵਿੱਚ ਭੁੱਖ ਵੀ ਨਹੀਂ, ਜੀ ਹਾਂ ਪਿਆਸ ਵੀ ਨਹੀਂ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ ਦੀ ਅਵਸਥਾ ਹੈ। ਉਠ ਹੈ ਨਹੀਂ ਬਿਨ ਦਰਸ਼ਨ ਕੀਏ। ਇਹ ਤਾਂ ਉਹਨੇ ਪੱਕਾ ਦ੍ਰਿੜ ਪ੍ਰਣ ਕੀਤਾ ਹੋਇਆ ਹੈ ਕਿ ਦੀਦਾਰ ਤੋਂ ਬਿਨਾ ਉਠਾਂਗਾ ਨਹੀਂ, ਮਰੋਂ ਤਾਂ ਹਰ ਕੈ ਦੁਆਰ ਦੀ ਭਾਵਨਾ ਹੈ। ਬੈਠ ਰਹਿਓ ਔਰ ਸਾਹਸ ਲੀਏ। ਬਸ ਹਿਰਦੇ ਵਿੱਚ ਸਾਹਸ ਲੈ ਕੇ, ਤਾਣ ਲੈ ਕੇ, ਸ਼ਕਤੀ ਲੈ ਕੇ, ਤਾਣ ਵਾਲਾ ਹੋ ਕੇ, ਸ਼ਕਤੀਸ਼ਾਲੀ ਹੋ ਕੇ, ਹੱਠਧਾਰੀ ਹੋ ਕੇ ਬੈਠਾ ਹੋਇਆ ਹੈ। ਉਚਿਤ ਬਾਤ ਸੋ ਕਰਹੁ ਭਲੇਰੀ। ਔਰ ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਸਾਹਿਬ ਜੀ ਨੇ ਆਪਣੇ ਭੈਣ ਮਾਤਾ ਗੁਜਰੀ ਜੀ ਸਾਹਿਬ ਜੀ ਦੇ ਤਾਈ, ਜੋ ਸਾਡੇ ਧਰਮ ਦੇ ਦਾਦੀ ਅੰਮਾ ਹਨ, ਮਾਤਾ ਗੁਜਰੀ ਜੀ ਸਾਹਿਬ, ਉਹਨਾਂ ਦੇ ਤਾਈ ਆਖਿਆ, ਭੈਣੇ ਹੁਣ ਦੇਖ ਲਾ ਤੂੰ ਕੀ ਕਰਨਾ ਹੈ ਅੱਗੇ। ਪਛਤਾਪ ਨਾ ਹੋਏ ਜਿਸ ਫੇਰੀ। ਔਰ ਇਹ ਕਿਹਾ ਕਿ ਐਵੇਂ ਸਾਨੂੰ ਕਿਤੇ ਪਛਤਾਪ ਨਾ ਹੋਵੇ ਵੀ ਉਹ ਫੱਕਰ ਕਿਤੇ ਆਪਣੇ ਪ੍ਰਾਣ ਹੀ ਨਾ ਦੇ ਛੱਡੇ ਇੱਥੇ, ਜਿੰਨਾ ਉਹ ਹਿਰਦੇ ਵਿੱਚ ਪ੍ਰੇਮ ਲੈ ਕੇ ਆਇਆ ਹੋਇਆ ਹੈ। ਸੁਨਤ ਨਾਨਕੀ ਬੋਲੀ ਤਬੈ। ਮਾਤਾ ਗੁਜਰੀ ਜੀ ਸਾਹਿਬ ਜੀ ਨੂੰ ਮਾਮਾ ਜੀ ਨੇ ਬਚਨ ਆਖਿਆ। ਮਾਤਾ ਜੀ ਸਾਹਿਬ ਬੋਲਦੇ, ਇਸ ਤੋਂ ਪਹਿਲਾਂ ਦਾਦੀ ਅੰਮਾ ਸਤਿਕਾਰਯੋਗ ਮਾਤਾ ਨਾਨਕੀ ਜੀ ਸਾਹਿਬ, ਸਤਿਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਾਦੀ ਮਾਤਾ ਜੀ ਸਾਹਿਬ, ਖਾਲਸਾ ਪੰਥ ਦੇ ਪੜਦਾਦੀ ਮਾਤਾ ਜੀ, ਉਹ ਬੋਲ ਪਏ ਹਨ। ਕੀ ਬੋਲੇ ਹਨ? ਹਿਰਦੈ ਵਿਚਾਰ ਕਰੋ ਤੁਮ ਸਭੈ। ਔਰ ਕਿਹਾ ਕਿ ਮਾਮਾ ਕਿਰਪਾਲ ਚੰਦ ਜੀ ਸਾਹਿਬ ਜੀ ਨੂੰ ਕਿਹਾ ਵੀ ਤੁਸੀਂ ਸਾਰੇ ਜਣੇ ਜਿੰਨੇ ਵੀ ਗੁਰਸਿੱਖ ਇੱਥੇ ਬੈਠੇ ਆ, ਉਹਦੇਦਾਰ ਮਸੰਦ ਮੁਖੀ, ਸੋ ਸਾਰੇ ਆਪਣੇ ਹਿਰਦੇ ਵਿੱਚ ਵਿਚਾਰ ਕਰ ਲਵੋ, ਗੁਰਮਤਾ ਕਰ ਲਵੋ। ਚਿਰੰਕਾਲ ਕੋ ਚਾਹਤ ਰਹਤੇ। ਔਰ ਕਿਹਾ ਕਿ ਹਿਰਦੇ ਦੀ ਬੜੇ ਲੰਮੇ ਸਮੇਂ ਦੀ ਇੱਛਾ ਸੀਗੀ। ਵੱਡੇ ਗੁਰਨ ਸੋ ਬੇਨਤੀ ਕਹਤੇ। ਤੇ ਵੱਡੇ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦੇ ਤਾਈਂ ਵੀ ਬੇਨਤੀਆਂ ਕਰਦੇ ਰਹੇ ਕਿ ਸਾਡੇ ਘਰ ਵਿੱਚ ਸਾਹਿਬਜ਼ਾਦੇ ਦਾ ਪੋਤਰੇ ਦਾ ਜਨਮ ਹੋਵੇ। ਵਾਰ ਵਾਰ ਹੋਏ ਨਮਰ ਅਗਾਰੀ। ਔਰ ਵਾਰ ਵਾਰ, ਇੱਕ ਦੋ ਨਹੀਂ, ਕਈ ਵਾਰ ਵਾਰ ਨਮਰਤਾ ਦੇ ਸਹਿਤ ਬੇਨਤੀਆਂ, ਫਰਿਆਦਾਂ, ਜੋਦੜੀਆਂ, ਅਰਦਾਸਾਂ ਕੀਤੀਆਂ, ਮੱਥੇ ਟੇਕੇ। ਜਾਚਨ ਕਰਤ ਪੁੱਤਰ ਪੁਜ ਭਾਰੀ। ਔਰ ਕਿਹਾ ਕਿ ਬਹੁਤ ਜ਼ਿਆਦੀ ਜਾਚਨਾ ਕਰਕੇ ਵਿਆਹ ਆਨੰਦ ਕਾਰਜ ਤੋਂ 33 ਸਾਲ ਬਾਅਦ 45 ਸਾਲ ਦੀ ਉਮਰਾਂ ਵਿੱਚ ਇਹ ਪੁੱਤਰ ਨੇ, ਸਾਹਿਬਜ਼ਾਦੇ ਨੇ ਆਗਮਨ ਲਿਆ ਹੈ। ਤੇ ਭੁਜ ਭਾਰੀ, ਬਾਵਾਂ ਦੇ ਬਲਾਂ ਵਾਲੇ, ਸ਼ਕਤੀਸ਼ਾਲੀ, ਚੜ੍ਹਦੀ ਕਲਾ ਦੇ ਦਾਤੇ ਸਤਿਗੁਰੂ। ਇਨਕੋ ਪਿਤਾ ਸਾਤਿ ਧਰਮਾਤਮ। ਔਰ ਕਿਹਾ ਕਿ ਇਹਨਾਂ ਦੇ ਜੋ ਪਿਤਾ ਜੀ ਹਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ, ਮੇਰੇ ਸਾਹਿਬਜ਼ਾਦਾ, ਉਹ ਬੜੇ ਸ਼ਾਂਤ ਲੋਕ ਹਨ, ਧਰਮਾਤਮਾ ਹਨ, ਮਹਾਤਮਾ ਹਨ, ਰੱਬੀ ਰੂਪ ਹਨ, ਖੁਦ ਖੁਦਾਇਆ ਹਨ। ਕਹਿ ਕਹਿ ਕਰਤਾ ਪੁਰਖ ਮਹਾਤਮ। ਔਰ ਕਿਹਾ ਕਿ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਰਹੇ, ਭਜਨ ਕਰਦੇ ਰਹੇ, ਭੋਰੇ ਵਿੱਚ ਬਹਿ ਕੇ ਤਪਸਾ ਕਰਦੇ ਰਹੇ 26 ਸਾਲ। ਇੱਕ ਮਨ ਹੋਏ ਸਮਾਧ ਲਗਾਵਤ। ਔਰ ਇੱਕ ਮਨ ਹੋ ਕੇ ਸਮਾਧੀ ਲਗਾਇਆ ਕਰਦੇ ਸਨ। ਪਾਰ ਬ੍ਰਹਮ ਪਰਮੇਸ਼ਵਰ ਧਿਆਵਤ। ਤੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਧਿਆਉਂਦੇ ਸਨ। ਜੋਗ ਸਾਧਨਾ ਸਾਧਤ ਰਹੇ। ਔਰ ਬਹੁਤ ਵੱਡੀ ਵਾਹਿਗੁਰੂ ਜੀ ਦੇ ਨਾਲ ਜੋਗ ਤੋਂ ਭਾਵ ਜੋੜਨ ਦੀ ਸਾਧਨਾ ਕਰਦੇ ਰਹੇ। ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਦ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਸਿਮਰਤ ਨਾਮ ਅਧਿਕ ਗੁਣ ਕਹੇ। ਔਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਰਹੇ, ਉਹਦੇ ਗੁਣ ਗਾਣ ਕਰਦੇ ਰਹੇ। ਕਰਿਓ ਪ੍ਰਸੀਦਨ ਪ੍ਰਭੂ ਅਕਾਲ। ਔਰ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਪ੍ਰਸੰਨ ਕੀਤਾ। ਜਿਹ ਆਰਾਧਵੋ ਦੁਸ ਹੈ ਵਿਸਾਲ। ਔਰ ਜਿਸ ਵਾਹਿਗੁਰੂ ਜੀ ਦਾ ਆਰਾਧਨ ਕਰਨਾ, ਜਿਹਨੂੰ ਕਲਯੁਗ ਵਿੱਚ ਪ੍ਰਗਟ ਕਰਨਾ, ਸਾਖਸ਼ਾਤ ਕਰਨਾ,
ਬਹੁਤ ਜ਼ਿਆਦਾ ਕਠਨ, ਅਤੀ ਕਠਨ ਹੈ। ਜਗਤ ਨਾਥ ਕਰ ਕਿਰਪਾ ਸੋ ਚਿਤ ਕੋ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਗਤ ਦੇ ਜੋ ਮਾਲਕ ਹਨ, ਦੀਨ ਦੁਨੀ ਕੋ ਖਾਵੰਦ ਹਨ, ਜੋ ਉਹਨਾਂ ਨੇ ਤਰੁੱਠ ਕੇ ਕਿਰਪਾ ਕਰਕੇ ਕਰਿਓ ਦਿਖਾਵਨ ਅਬ ਇਹ ਸੁਤ ਕੋ। ਤੇ ਹੁਣ ਉਹਨਾਂ ਨੇ ਆਪਣਾ ਆਪਾ ਹੀ ਜਿਹੜਾ ਹੈ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦੇ ਵਿੱਚ ਇਹ ਪ੍ਰਗਟ ਕੀਤਾ ਹੈ। ਭਾਈ ਨੰਦ ਲਾਲ ਜੀ ਸਾਹਿਬ ਅਕਸਰ ਹੀ ਕਿਹਾ ਕਰਦੇ ਸਨ ਕਿ ਲਾ ਮਕਾਮ ਪਾ ਬੋਸ ਗੁਰੂ ਗੋਬਿੰਦ ਸਿੰਘ, ਜੋ ਲਾ ਮੁਕਾਮ ਹੈ, ਜਿਹਦਾ ਕੋਈ ਮੁਕਾਮ ਨਹੀਂ ਹੈ, ਜਿਹਦਾ ਕੋਈ ਮਸਕਨ ਨਹੀਂ ਹੈ, ਜਿਹਦੀ ਕੋਈ ਰਿਹਾਇਸ਼ਗਾਹ ਨਹੀਂ ਹੈ, ਖਾਸ ਰਹਿਣ ਦੀ ਕੋਈ ਜਗ੍ਹਾ ਨਹੀਂ ਹੈ, ਜਿਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੱਕੇ ਕਾਬੇ 'ਚ ਹੀ ਰਹਿੰਦਾ ਹੈ ਜਾਂ ਜਗਨਨਾਥਪੁਰੀ ਵਿੱਚ ਹੀ ਰਹਿੰਦਾ ਹੈ, ਜੋ ਲਾ ਮੁਕਾਮ ਹੈ ਔਰ ਬਕਾਇਦਾ ਲਾ ਸ਼ਰੀਕ ਵੀ ਹੈ, ਉਹਦਾ ਸ਼ਰੀਕ ਵੀ ਕੋਈ ਨਹੀਂ ਹੈ। ਉਹ ਮਾਲਕ ਜੋ ਹੈ ਨਾ, ਉਹ ਪਾ ਬੋਸ, ਪਾ ਪੈਰਾਂ ਦਾ ਬੋਸ, ਬੋਸਾ ਚੁੰਬਨ ਕਰਨਾ, ਪੈਰਾਂ ਨੂੰ ਚੁੰਮਣਾ। ਭਾਈ ਨੰਦ ਲਾਲ ਜੀ ਸਾਹਿਬ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪਰਮਾਤਮਾ ਤੇ ਹਨਗੇ, ਉਲਟਾ ਪਰਮਾਤਮਾ ਜੋ ਹੈ ਉਹ ਵੀ ਸਰਗਣ ਰੂਪ ਧਾਰਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਚੁੰਮਦਾ ਜੇ, ਮਹਾਰਾਜ ਜੀ ਦਾ ਕਦਮ ਬੋਸਾ ਕਰਦਾ ਜੇ, ਗਰੀਬ ਨਵਾਜ ਸਤਿਗੁਰਾਂ ਦਾ। ਐਸੇ ਸਮਰੱਥ ਹਨ। ਕਿਆ ਉਹ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੋ ਹਨ, ਉਹ ਕਲਯੁਗ ਦੇ ਵਿੱਚ ਆਪ ਅਵਤਾਰ ਧਾਰਨ ਕੀਤਾ ਹੈ। ਜਿਨ ਕੇ ਉਰ ਅਬਲਾਖ ਵਿਸੇਖਾ, ਜਿਨ੍ਹਾਂ ਦੇ ਹਿਰਦੇ ਵਿੱਚ ਬੜੀ ਪ੍ਰਬਲ ਇੱਛਾ ਸੀ, ਅਵਲੋ ਨਹੀਂ ਪੁੱਤਰ ਮੁਖ ਦੇਖਾ। ਔਰ ਕਿਹਾ ਕਿ ਐਸੇ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਾਹਿਬਜ਼ਾਦਾ ਜੀ ਨੇ, ਮੇਰੇ ਪੁੱਤਰ ਨੇ, ਅਜੇ ਤੱਕ ਆਪਣੇ ਪੁੱਤਰ ਸਾਹਿਬਜ਼ਾਦਾ ਜੀ ਦਾ ਦੀਦਾਰ ਵੀ ਨਹੀਂ ਪਾਇਆ ਹੈ। ਸੋ ਕੈਸੇ ਅਬ ਵਹਿਰ ਲਿਜਾਵੋ। ਔਰ ਕਿਹਾ ਕਿ ਹੁਣ ਆਪਾਂ ਜਿਨ੍ਹਾਂ ਦੇ ਪਿਤਾ ਜੀ ਨੇ ਵੀ ਦੀਦਾਰ ਨਹੀਂ ਕੀਤਾ ਹੈ, ਤੇ ਮੈਂ ਆਪਣੇ ਪੋਤਰੇ ਨੂੰ ਇੰਨੇ ਠੰਡ ਦੇ ਮੌਸਮ ਦੇ ਵਿੱਚ ਅੰਦਰ ਹੁਜਰੇ ਵਿੱਚੋਂ, ਕਮਰੇ ਅਸਥਾਨ ਤੋਂ, ਅਵਤਾਰ ਅਸਥਾਨ ਤੋਂ, ਗੁਪਤ ਕਮਰੇ ਚੋਂ ਮੈਂ ਕਿਵੇਂ ਬਾਹਰ ਲਿਜਾਣ ਦੀ ਆਗਿਆ ਦੇ ਸਕਦੀ ਹਾਂ? ਨਹੀਂ ਦੇਵਾਂਗੀ ਭਾਈ। ਪਰਮਤ ਰਿਪ ਕੇ ਨਰ ਦਿਖ ਰਾਵ। ਔਰ ਕਿਹਾ ਕਿ ਇਸ ਪ੍ਰਕਾਰ ਦੁਬਾਰਾ ਕਿਰਪਾ ਕਰਿਓ। ਪਰਮਤ ਰਿਪ ਕੇ ਨਰ ਦਿਖ ਰਾਵ। ਔਰ ਕਿਹਾ ਕਿ ਜੋ ਸਾਡੇ ਦੁਸ਼ਮਣ ਹਨ, ਉਹਨਾਂ ਦੇ ਬਾਣੇ ਲਿਬਾਸ ਵਾਲੇ, ਉਹਨਾਂ ਦਾ ਹਮ ਅਕੀਦਾ, ਉਹਨਾਂ ਦਾ ਹਮ ਮਜ਼ਹਬ, ਭਾਵ ਇਹ ਮੁਸਲਮਾਨ ਜੋ ਹਨ, ਸਾਈਂ ਜੀ ਭੀਖਣ ਸ਼ਾਹ ਜੀ ਸਾਹਿਬ, ਉਹਨਾਂ ਦੇ ਤਾਈਂ ਮੈਂ ਕਿਵੇਂ ਦੀਦਾਰ ਕਰਾ ਦਿਆਂ? ਮੈਂ ਮੁਸਲਮਾਨੀ ਜਾਮੇ ਵਾਲੇ ਕਿਸੇ ਸਰੀਰ ਨੂੰ ਦੀਦਾਰ ਨਹੀਂ ਕਰਾਵਾਂਗੀ। ਹੋਰ ਵੀ ਬੜੇ ਕਾਰਨ ਹਨ। ਪੁੱਤਰ ਪਰਮ ਪ੍ਰੇ ਥੋੜੇ ਦਿਨ ਕੋ। ਔਰ ਕਿਹਾ ਕਿ ਹੋਰ ਥੋੜੇ ਦਿਨਾਂ ਦੀ ਗੱਲ ਹੈ, ਉਡੀਕ ਕਰਾਵੋ ਇਹਨਾਂ ਨੂੰ। ਕਿਮ ਉਤਸਾਹ ਕਰੋ ਮੈਂ ਮਨ ਕੋ। ਔਰ ਕਿਹਾ ਕਿ ਮੈਂ ਕਿਵੇਂ ਉਤਸ਼ਾਹ ਕਰ ਸਕਦੀ ਹਾਂ ਕਿ ਮੇਰੇ ਪੁੱਤਰ ਦਾ ਦੀਦਾਰ ਹੋ ਜਾਵੇ, ਮੇਰੇ ਪੁੱਤਰ ਤੋਂ ਪਹਿਲਾਂ ਕਿਸੇ ਹੋਰ ਨੂੰ। ਅਨੇਕ ਭਾਂਤ ਕੀ ਰੱਛਾ ਕਰਨੀ। ਔਰ ਹਰੇਕ ਪ੍ਰਕਾਰ ਦੀ ਇਹਨਾਂ ਦੀ ਰੱਛਿਆ ਕਰਨੀ, ਪਾਲਣ ਅਤੇ ਪੋਸ਼ਣ ਕਰਨਾ ਇਹ ਜ਼ਿੰਮੇਵਾਰੀ ਹੈ। ਲਘੂ ਬਾਲਕ ਕੀ ਸਭ ਹਿਨ ਬਰਨੀ। ਔਰ ਹਰ ਪ੍ਰਕਾਰ ਦੀ ਸੇਵਾ ਸਤਿਕਾਰ ਕਰਨਾ ਇਹ ਸਾਡਾ ਸਾਰਿਆਂ ਦਾ ਧਰਮ ਹੈ ਭਾਈ। ਨਰ ਪਰਦੇਸੀ ਕੋ ਦਿਖ ਰਾਵਣ। ਔਰ ਕਿਸੇ ਪਰਦੇਸੀ ਮਨੁੱਖ ਨੂੰ ਦੀਦਾਰ ਕਰਾਉਣਾ ਖੁੱਲੀ ਠੰਡੀ ਹਵਾ ਵਿੱਚ ਬਾਹਰ ਹਵੇਲੀ ਵਿੱਚ ਲਿਆ ਕੇ, ਇਹ ਹਰ ਤਰੀਕੇ ਨਾਲ ਨਜਾਇਜ਼ ਹੈ। ਇਤਿਆਦਿਕ ਔਰ ਸਮਝੋ ਸਾਰੇ। ਇਤਿਆਦਿਕ ਹੋਰ ਵੀ ਬਹੁਤ ਸਾਰੇ ਕਾਰਨ ਹਨ। ਇਸ ਗੱਲ ਨੂੰ ਕਿਉਂ ਨਹੀਂ ਹਿਰਦੇ ਵਿੱਚ ਵਿਚਾਰਦੇ ਹੋ ਆਪ? ਤਿਨਹ ਉਠਾਵੋ ਬਿਨਾ ਉਚਾਰੇ। ਔਰ ਕਹਿ ਕੇ ਬੇਨਤੀ ਕਰੋ ਇਹ ਫਕੀਰ ਸਾਈਂ ਨੂੰ ਵੀ ਮਹਾਰਾਜ ਤੁਸੀਂ ਇੱਥੋਂ ਚਲੇ ਜਾਓ ਹੁਣ ਉੱਠ ਕੇ। ਸਾਧ ਸੰਗਤ ਜੀ, ਮੁਹੱਬਤ ਕਾਦੀ ਜੇ ਇਹਦੇ ਵਿੱਚ ਪਰਖ ਨਾ ਹੋਵੇ, ਇਹਦੇ ਪ੍ਰੇਮ ਦੀ ਪਰਖ ਹੋ ਰਹੀ ਹੈ, ਕਿਵੇਂ ਹੁੰਦੀ ਦੇਖੀ ਜਾਇਓ ਅੱਗੇ। ਗੁਰ ਕਰਤੇ ਤਿਉ ਰੁਚਿਰ ਆਹਾਰਾ। ਔਰ ਕਿਹਾ ਕਿ ਹੋ ਸਕਦਾ ਕੁਝ ਛਕਣ ਛਕਾਉਣ ਦੀ ਇੱਛਾ ਹੋਵੇ, ਗੁਰੂ ਘਰ ਦੇ ਵਿੱਚੋਂ ਵਧੀਆ ਤੋਂ ਵਧੀਆ ਭੋਜਨ ਪਕਵਾਨ ਹਾਜ਼ਰ ਕਰ ਦਿਓ ਇਹਨਾਂ ਦੇ। ਇਤ ਮਿਸਟਾਨ ਅਨੇਕ ਪ੍ਰਕਾਰਾ। ਮਿੱਠੇ ਪਦਾਰਥ, ਖਾਣ ਪੀਣ ਪਹਿਰਾਨ, ਜਿਵੇਂ ਪ੍ਰਣ ਕੀਤਾ ਹੋਇਆ ਕੁਝ ਖਾਣਾ ਨਹੀਂ ਹੈ। ਜਦੋਂ ਮਿੱਠੇ ਪਦਾਰਥ ਸਾਹਮਣੇ ਰੱਖੋਗੇ, ਜੇ ਅਕੀਦਾ ਮਜ਼ਬੂਤ ਨਹੀਂ ਹੋਵੇਗਾ, ਸ਼ਰਧਾ ਮਜ਼ਬੂਤ ਨਹੀਂ ਹੋਵੇਗੀ, ਹੋ ਸਕਦਾ ਇੱਛਾ ਪ੍ਰਗਟ ਹੋ ਜਾਵੇ ਖਾਣ ਦੀ। ਹੋ ਹੀ ਜਾਂਦੀ ਹੈ ਨਾ ਸੰਸਾਰੀ ਮਨੁੱਖਾਂ ਦੇ ਮਨ ਵਿੱਚ, ਜਿਹੜੇ ਬ੍ਰਹਮ ਗਿਆਨੀ ਨਹੀਂ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਮੁਹੱਬਤ ਦਾ ਜੇ ਸਿਖਰ ਨਹੀਂ ਹੈ। ਇਸ ਪ੍ਰਕਾਰ
ਕਿਆ ਕੋਈ ਮਿੱਠੇ ਪਦਾਰਥ ਦੇ ਦਿਓ, ਆਪੇ ਛਕ ਲੈਣਗੇ, ਪ੍ਰਣ ਟੁੱਟ ਜਾਵੇਗਾ। ਅਪਰ ਚਾਹੇ ਕੁਛ ਜਾਚਣ ਕੇਰੀ। ਹੋਰ ਕੋਈ ਮਨ ਵਿੱਚ ਇੱਛਾ ਹੈ, ਕੋਈ ਦਮੜਾ ਇਤਿਆਦਿ, ਕੋਈ ਸੋਨਾ ਚਾਂਦੀ ਇਤਿਆਦਿ ਚਾਹੁੰਦੇ, ਵਸਤਰ ਇਤਿਆਦਿ ਚਾਹੁੰਦੇ ਹਨ, ਉਹ ਵੀ ਦੇ ਛੱਡੋ ਇਹਨਾਂ ਨੂੰ। ਵਸਤਰ ਦਰਬ ਦੀ ਜਹ ਬਿਨ ਦੇਰੀ। ਤੇ ਬਿਨਾਂ ਦੇਰੀ ਤੋਂ ਜੋ ਵੀ ਮੰਗਦੇ ਨੇ, ਭਾਵੇਂ ਜਿੰਨਾ ਮਰਜ਼ੀ ਧਨ ਮੰਗ ਲੈਣ, ਮੂੰਹ ਮੰਗਿਆ, ਤੇ ਭਾਵੇਂ ਜਿੰਨੇ ਮਰਜ਼ੀ ਵਸਤਰ ਮਹਿੰਗੇ ਤੋਂ ਮਹਿੰਗੇ, ਉਹ ਵੀ ਦੇ ਛੱਡੋ ਇਹਨਾਂ ਨੂੰ। ਬਾਲਕ ਬਹਿਰ ਦਰਸ ਤੇ ਬਿਨਾ। ਔਰ ਇਹ ਕਹਿੰਦੇ ਇਸ ਪ੍ਰਕਾਰ ਬਸ ਦਰਸ਼ਨ ਨਹੀਂ ਕਰਾਉਣਾ ਹੈ, ਹਵੇਲੀ ਵਿੱਚੋਂ ਬਾਹਰ ਕੱਢ ਕੇ ਦੀਦਾਰ ਨਹੀਂ ਕਰਾਉਣਾ ਹੈ। ਦੇਹੋ ਤਿਨਹੂ ਕਰ ਆਦਰ ਘਣਾ। ਬਸ ਆਦਰ ਜਿੰਨਾ ਮਰਜ਼ੀ ਦੇ ਦਿਓ, ਮਾਣ ਸਨਮਾਨ ਦੇ ਦਿਓ, ਦਮੜਾ ਦੇ ਦਿਓ, ਪਰਖ ਕਰੋ ਇਹਨਾਂ ਦੀ ਪਹਿਲਾਂ। ਵੇਸ ਭਲੇ ਦਰਵੇਸ ਵਿਸ਼ੇਸ਼। ਔਰ ਕਿਹਾ ਕਿ ਠੀਕ ਹੈ, ਮਾਮਾ ਜੀ ਸਾਹਿਬ ਜੀ ਨੂੰ ਕਿਹਾ ਕਿ ਭਾਈ ਜੀ ਠੀਕ ਹੈ, ਤੁਹਾਡੇ ਕਹਿਣ ਮੁਤਾਬਕ ਦਰਵੇਸ਼ ਹੋਣਗੇ, ਭਲੇ ਹੋਣਗੇ, ਮਹਾਨ ਹੋਣਗੇ, ਬੰਦਗੀ ਵਾਲੇ ਵੀ ਹੋਣਗੇ, ਹਠੀ ਤਬੀ ਵੀ ਹੋਣਗੇ, ਬੇਸ਼ੱਕ। ਜਿਉ ਕਿਉ ਕਰੋ ਪ੍ਰਸੰਨ ਅਸੇਸ। ਬਸ ਜੇਨ ਕੇਨ ਪ੍ਰਕਾਰ ਉਹਨਾਂ ਨੂੰ ਪ੍ਰਸੰਨ ਕਰੋ, ਖੁਸ਼ ਕਰੋ, ਤੇ ਖੁਸ਼ਾ ਦੇ ਕੇ ਤੋਰ ਛੱਡੋ ਬਿਨਾਂ ਦੀਦਾਰ ਤੋਂ। ਸੁਨਤ ਨਾਨਕੀ ਤੇ ਸਭ ਆਏ। ਇਸ ਪ੍ਰਕਾਰ ਸਤਿਕਾਰਯੋਗ ਦਾਦੀ ਮਾਤਾ ਨਾਨਕੀ ਜੀ ਸਾਹਿਬ ਜੀ ਤੋਂ ਇਹ ਬਚਨ ਬਿਲਾਸ ਸੁਣ ਕੇ ਸਾਰੇ ਜੋ ਮੁਖੀ ਮੋਹਤਬਰ ਸਿੱਖ ਹਨ ਅੱਗੇ ਨੂੰ ਆਏ ਹਨ। ਸਾਹੋ ਭੀਖ ਕੋ ਮਿਲ ਸਮਝਾਏ। ਸ਼ਾਹੋ ਭੀਖ, ਭੀਖ ਸ਼ਾਹ, ਸ਼ਾਹੋ ਭੀਖ, ਭੀਖਣ ਸ਼ਾਹ। ਇਹ ਸਾਧ ਸੰਗਤ ਜੀ ਪਿਛਲੇ ਦਿਨੀ 2 ਸਾਲ ਹੋ ਗਏ ਨੇ ਇਸ ਗੱਲ ਨੂੰ। ਸੋ ਇੱਕ ਕੋਈ ਗੁਰਮੁਖ ਨੇ, ਉਹਨਾਂ ਨਾਮ ਹੋਵੇਗਾ ਸ਼ਾਇਦ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ, ਇੱਥੇ ਪਟਨਾ ਸਾਹਿਬ ਤੇ ਉਹ PhD ਕਰ ਰਹੇ ਨੇ। ਸੋ ਪਟਨਾ ਸਾਹਿਬ ਜੀ ਦੇ ਉੱਪਰ ਉਹ ਗੁਰਮੁਖ ਰੱਬ ਦੇ ਪਿਆਰੇ, ਤੇ ਜੋ ਉਹਨਾਂ ਨੂੰ ਇੱਥੋਂ ਬਾਰੇ ਕੋਈ ਮਾਲੂਮਾਤ ਚਾਹੀਦੀ ਸੀ, ਇਤਿਹਾਸ ਬਾਰੇ, ਇਸ ਤਰ੍ਹਾਂ ਦਾਸ ਨੇ ਉਹਨਾਂ ਨੂੰ ਉਹ ਹਾਜ਼ਰ ਕੀਤੀ। ਸੋ ਬਹੁਤ ਸਾਰਾ ਕੁਝ ਇਹਨਾਂ ਨੂੰ ਜੋ ਖਜ਼ਾਨਾ ਸੀ ਮਹਾਰਾਜ ਦੇ ਤਖਤ ਅਸਥਾਨ ਦਾ, ਤੋਸ਼ੇਖਾਨੇ ਵਿੱਚੋਂ ਉੱਪਰ ਹੋਰ ਵੀ ਉਹਨਾਂ ਨੂੰ ਜੋ ਚਾਹੀਦਾ ਸੀਗਾ ਉਹ ਦਿੱਤਾ, ਤੇ ਸਾਡੀ ਵੀ ਜਾਣਕਾਰੀ 'ਚ ਵਾਧਾ ਹੋਇਆ, ਉਹਨਾਂ ਦੇ ਵਾਧਾ ਹੋਇਆ। ਉਹ ਪਟਨਾ ਸਾਹਿਬ ਜੀ ਦੇ PhD ਕਰ ਰਹੇ ਨੇ ਗੁਰਮੁਖ। ਸੋ ਇਸੇ ਪ੍ਰਕਾਰ ਉਹਨਾਂ ਨੇ ਦੱਸਿਆ, ਤੇ ਦਾਸ ਨੂੰ ਉਹ ਪੱਤਰ ਵੀ ਉਹਨਾਂ ਨੇ ਹਾਜ਼ਰ ਕੀਤਾ, ਲਿਖਤ ਵਾਲਾ, ਅਜੇ ਤੱਕ ਸ਼ਾਇਦ ਪਿਆ ਹੋਵੇ ਮੇਰੇ ਕੋਲ। ਸੋ ਸਾਈਂ ਜੀ ਨਾਂ ਦੇ 99 ਨਾਮ ਨੇ, ਸਾਈਂ ਭੀਖਣ ਸ਼ਾਹ ਜੀ ਨਾਂ ਦੇ। ਮਤਲਬ ਕੋਈ ਸਧਾਰਨ ਇਹਨਾਂ ਨੂੰ ਫੱਕਰ ਨਾ ਸਮਝੇ ਵੀ ਊਂ ਹੀ ਕਿਤੇ ਆ ਗਏ। ਸਾਈਂ ਜੀ ਨਾਂ ਦੀ ਮਜ਼ਾਰ ਹੈ, ਇਹਨਾਂ ਦਾ ਜਿਹੜਾ ਮਕਬਰਾ ਹੈ ਉਹ ਸ਼ੁਭਾਇਮਾਨ ਹੈ। ਉੱਥੇ ਪਤਾ ਲੱਗਾ ਉੱਥੋਂ ਦੇ ਜਿਹੜੇ ਨਗਰ ਦੇ ਮੋਹਤਬਰ ਨੇ ਕਿ ਜਦੋਂ ਸਾਈਂ ਜੀ ਦਾ ਮੇਲਾ ਲੱਗਦਾ ਹੈ, ਸਾਈਂ ਭੀਖਣ ਸ਼ਾਹ ਜੀ ਨਾਂ ਦਾ, ਤੇ ਮੁਸਲਮਾਨ ਇੰਨਾ ਅਕੀਦਾ ਰੱਖਦੇ ਨੇ ਇਹਨਾਂ ਉੱਪਰ ਕਿ ਲੋਕ ਪਾਕਿਸਤਾਨ ਦੇ ਵਿੱਚੋਂ ਵੀ ਵੀਜ਼ੇ ਲੈ ਕੇ ਹਿੰਦੁਸਤਾਨ ਵਿੱਚ ਆਉਂਦੇ ਨੇ। ਜਿਵੇਂ ਆਪਾਂ ਕਰਤਾਰਪੁਰ ਸਾਹਿਬ ਜਾਂਦੇ ਹਾਂ, ਨਨਕਾਣਾ ਸਾਹਿਬ ਜਾਂਦੇ ਹਾਂ, ਸਾਈਂ ਜੀ ਨਾਂ ਦੇ ਮਕਬਰੇ ਦੇ ਦੀਦਾਰ ਵਾਸਤੇ, ਸਾਈਂ ਜੀ ਨਾਂ ਦੇ ਸਥਾਨ 'ਤੇ ਸਜਦਾ ਕਰਨ ਵਾਸਤੇ ਮੁਸਲਮਾਨ ਜਿਹੜੇ ਨੇ ਵਿਦੇਸ਼ਾਂ ਵਿੱਚੋਂ ਵੀ ਇਹਨਾਂ ਦੇ ਸਥਾਨ 'ਤੇ ਆਉਂਦੇ ਨੇ। ਫਿਰ ਸਾਈਂ ਜੀ ਨਾਂ ਦੇ ਜਿਹੜੇ ਕਲਾਮ ਨੇ, ਬਾਣੀ ਹੈ, ਜਿਵੇਂ ਹੋਰ ਸੂਫੀਆਂ ਦੀ ਬਾਣੀ ਹੈ, ਸਾਧੂ ਮਹਾਤਮਾ ਦੀ, ਹਿੰਦੂਆਂ ਦੀ ਬਾਣੀ ਹੈ, ਸਿੱਖ ਗੁਰਮੁਖਾਂ ਬ੍ਰਹਮ ਗਿਆਨੀਆਂ ਦੀ ਬਾਣੀ ਹੈ, ਇਵੇਂ ਸਾਈਂ ਜੀ ਨਾਂ ਦੇ ਬਚਨ ਵੀ ਜਿਹੜੇ ਨੇ, ਇਹਨਾਂ ਦੀ ਬਾਣੀ ਜਿਹੜੀ, ਇਹਨਾਂ ਦੇ ਕਲਾਮ ਜਿਹੜੇ ਨੇ, ਉਹ ਵੀ ਪੜ੍ਹਨ ਨੂੰ ਮਿਲ ਜਾਂਦੇ। ਇਹ ਕੋਈ ਸਧਾਰਨ ਫਕੀਰ ਨਹੀਂ ਸਨਗੇ। ਇਹਨਾਂ ਦੀ ਉਮਰਾ ਜਿਹੜੀ ਸੀ ਉਦੋਂ 43 ਸਾਲ ਸੀਗੀ, 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ। ਸਾਧ ਸੰਗਤ ਜੀ, ਇਹ ਪੁੱਜੀ ਹੋਈ ਹਸਤੀ ਸਨ। ਉਹ ਸਮੇਂ ਵੀ ਮੁਸਲਮਾਨ ਜਿਹੜੇ ਸੀਗੇ ਇਹਨਾਂ 'ਤੇ ਅਕੀਦਾ ਰੱਖਦੇ ਸੀਗੇ, ਇਹਨਾਂ 'ਤੇ ਸ਼ਰਧਾ ਰੱਖਦੇ ਸੀਗੇ, ਤੇ ਅੱਜ ਵੀ ਸ਼ਰਧਾ ਰੱਖਦੇ। ਗੁਰਸਿੱਖ ਵੀ ਇਹਨਾਂ 'ਤੇ ਭਾਵਨਾ ਰੱਖਦੇ ਨੇ। ਕਦੀ ਸੋਚ ਕੇ ਦੇਖੋ ਮਨ ਵਿੱਚ, 10ਵੇਂ ਪਾਤਸ਼ਾਹ ਮਹਾਰਾਜ ਦਾ ਅੰਮ੍ਰਿਤ ਵੇਲੇ 1:20 'ਤੇ ਅੱਜ ਦੇ ਟਾਈਮ ਸਿਸਟਮ ਦੇ ਹਿਸਾਬ ਦੇ ਨਾਲ ਇਹਨਾਂ ਨੇ, ਮਹਾਰਾਜ ਨੇ ਅਵਤਾਰ ਗਰੀਬ ਨਵਾਜ਼ ਮਹਾਰਾਜ ਨੇ, ਫਿਰ ਇਹਨਾਂ ਨੇ ਅੰਮ੍ਰਿਤ ਵੇਲੇ ਜਦੋਂ ਫਜ਼ਲ ਦੀ ਨਵਾਜ਼ ਗੁਜ਼ਾਰੀ ਹੋਵੇਗੀ ਸਵੇਰ ਤੜਕੇ ਦੀ, ਤੇ ਉਦੋਂ ਇਹਨਾਂ ਨੂੰ ਪ੍ਰਕਾਸ਼ ਦਿਸਿਆ। ਹੁਣ ਸੋਚੋ, ਅੱਜ ਕੱਲ੍ਹ ਕੋਈ ਮੈਪ ਨਹੀਂ, ਅੱਜ ਕੱਲ੍ਹ ਵਰਗਾ ਕੋਈ ਮੈਪ ਨਹੀਂ, ਕੋਈ ਨੈਵੀਗੇਸ਼ਨ ਨਹੀਂ ਵੀ ਆਪਾਂ ਕੋਈ ਪੋਸਟ ਕੋਡ ਭਰ ਦਈਏ ਵਿਦੇਸ਼ਾਂ ਵਾਂਗੂ ਤੇ ਸਿੱਧਾ ਉੱਥੇ ਚੱਲ ਜਾਈਏ। ਜਿਵੇਂ ਇੰਡੀਆ 'ਚ ਵੀ ਅੱਜ ਕੱਲ੍ਹ ਆਪਾਂ ਕਹਿੰਦੇ ਵੀ ਲੋਕੇਸ਼ਨ ਸ਼ੇਅਰ ਕਰੋ ਜੀ, ਸਿੱਧਾ ਕਹਿ ਦਿੰਦੇ ਆ। ਉਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ। ਹੁਣ ਪੂਰਬ ਨੂੰ ਪ੍ਰਕਾਸ਼ ਦਿਸਿਆ ਇਸ ਬ੍ਰਹਮ ਗਿਆਨੀ ਨੂੰ। ਇੱਕ ਦਿਨ ਬੈਠਿਆ ਮਨ ਵਿੱਚ ਬਲਬਲਾ ਆਵੇ ਕਿ ਪੂਰਬ ਦੇ ਵਿੱਚ ਆ ਸ਼ਿਵਪੁਰੀ ਵੀ ਆ, ਕਾਂਸ਼ੀ ਸ਼ਿਵ ਜੀ ਦਾ ਵਸਾਇਆ ਹੋਇਆ ਸ਼ਹਿਰ ਦੇ, ਕੋਈ ਸਧਾਰਨ ਸ਼ਹਿਰ ਨਹੀਂ ਹੈਗਾ, ਸ਼ਿਵ ਜੀ ਦਾ ਵਸਾਇਆ। ਵਾਸਤਵਿਕ ਉਹਦਾ ਨਾਂ ਸ਼ਿਵਪੁਰੀ ਆ। ਬਨਾਰਸ, ਕਾਂਸ਼ੀ, ਕਈ ਨਾਮ ਨੇ ਉਹਦੇ।
फिर जिहड़ा राजगीर स्थान है ना गुरुद्वारा, ये राजगीर हिंदुआं दे 68 तीर्थां चों एक तीर्थ आ, शायद आप जी नूं पता होवे। ये भी कोई सधारण जगह नहीं है जिथे गुरु नानक साहब जी महाराज ने चरण पाए। बोधियां दी जे गल करिए तो जिथे महात्मा बुद्ध नूं ज्ञान होया, गुरु नानक साहब जी महाराज तो लम्मा अरसा पहलां होए ने, उन्हां दा स्थान भी पूर्व दे विच आ। किन्ने किन्ने स्थान ने इत्थे देख लो। पर ठीक इसे जगह ते वो चुंबक वांगू, जिवें चुंबक खिच्ची आउंदी आ ना, चुंबक वांगू खिच्चे हुए महाराज के चरनां च आए ने। जिथे खुदा आया होवे, जिथे रब आया होवे, कोई सधारण जगह नहीं हुंदी। ते जरूर आया करो, साल च एक अद्धी वारी आया करो, ते बैठ के इत्थे भजन करिया करो साध संगत जी जिन्ना हो सके। ये नहीं है कि आपां कमरियां विच ही बहुता रहना है, कमरे तां घरां विच भी हनगे। फिर थोड़ा समा प्रशादा भी थोड़ा छक लो, भागां नाल ही आए हो, थोड़ा प्रशादा छक लो बहुता, ताकि नींद इत्यादक भी ना आवे। महाराज के दरबार में साडी जाजी हाजरी लग सके, बाणी पढ़ी जा सके। ब्रह्म ज्ञानी महापुरुष दसदे ने महाराज इस पावन स्थान तखत जिन्हें एक पाठ भी जपजी साहब जी का कर लिया, उन्होंने 100 पाठ का महात्म फल मिलता है। ये सिद्ध भूमियां लाहा लेना चाहिए है। जिथे परम पिता परमेश्वर वाहिगुरु आप प्रगट होए ने, कोई सधारण थान नहीं हो सकती है साध संगत जी। ये सब तो वड्डी जगह है संसार ते, इस तो वड्डी कोई जगह नहीं हो सकती है। इस प्रकार सो आप बचन सरवण कर, शाहो भीख को मिल समझाए। शाह भीख, भीख शाह, भीखन शाह ते होर 99 नाम ने, 98 नहीं ते 100 भी नहीं, 99 नाम इस ब्रह्म ज्ञानी दे मशहूर ने। किन्ने कमाई वाले होणगे भी, किन्ने किन्ने नाम इन्हां दे। जिवें 10वें पातशाह महाराज दे कई नाम ने, गुरु नानक साहब सच्चे पातशाह महाराज दे कई नाम ने, बाबा फरीद जी साहब जी दे कई नाम ने। इस प्रकार 99 नाम सन इस गुरमुख दे। इन्ना सन्मान सीगा, इन्ना आला मुकाम सी इन्हां दा साध संगत जी मुसलमानां दे विच। तो इस प्रकार शाहो भीख जी साहब जी नूं माता जी माता नानकी जी साहब जी दे कहण उपर सो मामा कृपाल चंद जी आदक समझाउण वास्ते आए। की समझाया है? जननी को सुत होए अत प्यारो। तरीके सिर समझाया है कि साईं जी मावां नूं पुੱਤ प्यारे हुंदे हन। हर बालक बै आप विचारो। तुसीं आप विचार लो सियाणे आ भी महाराज दी उमरा जिहड़ी है वो अजे सवाई है। अल्प दिवस पे जन्म पयो है। कुछ ही तां दिन होए हन अवतरण होया है। अजहू बहर निकसन ना कियो है। हुण अजे फिर अजे बाहर भी नहीं निकले हन स्थान तो, अवतार स्थान तो। इस करके दीदार कठन है भाई। गुर करते पूजन सब लीजै। जे तुसीं छकना कुछ चाहुंदे आ पद पदार्थ, वो गुरु घर विचों प्राप्त हो जाएगा। तृप्त हो मन प्रसन्न को कीजै। मन चाहुंदा होया भोजन प्रसाद पानी छाके रज पुजो आनंद लवो आराम करो आप। असमंजस लियावन घर बाहर। इस करके घर तो बाहर हवेली विच लैके आउणा ये असमंजस है, अणबणी गल है। तिन जननी नह मान है जाहर। उन्हां दे जो जननी हन सत्कारयोग माता गुजरी जी साहब वो नहीं मनते हन। बोहर आए दरस हो दर्शन। और क्या कि कुछ समा बाद आ जाना, जदों आप जवान हो जाणगे उदों दीदार करके प्रसन्न हो जाना। मिल हो गुरन मन होए प्रसन्न। और क्या फिर तुसीं मिल लेना, खुला दर्शन दीदार हो जाएगा, खुशा हुआ हासिल होवेगा तुहानू। करहो मेहर की नदर विसाला। और क्या कि साडे ते मेहर करो। हुण ये तुसीं नेमत ही करदे हो साडे ते। शुभ दरवेश आप की चाला। तुहाडी जिहड़ी चाल ढाल है वो दरवेशां वाली ब्रह्म ज्ञानियां वाली है बेशक। परवरदिगार सिफत में रंगे। मैं जानदा हां कि परवरदिगार परमेश्वर दी सिफत विच रंगे हो आप। छित सी क्षमा तरहो सरबंगे। ਅਸੀਂ ਇਹ ਵੀ ਜਾਣਦੇ ਹਾਂ ਵੀ ਕੋਈ ਤੈਸ਼ ਵਿੱਚ ਨਹੀਂ ਆਓਗੇ, ਗੈਜ਼ਬ ਗਜ਼ਬ ਦੇ ਵਿੱਚ ਨਹੀਂ ਆਓਗੇ, ਤੁਸੀਂ ਗੁੱਸੇ ਵਿੱਚ ਨਹੀਂ ਆਓਗੇ, ਕੋਈ ਸ਼ਰਾਬ ਇਤਿਆਦਿਕ ਵੀ ਨਹੀਂ ਕੱਢੋਗੇ। ਅਸੀਂ ਇਹ ਵੀ ਜਾਣਦੇ ਹਾਂ ਤੁਹਾਡੇ ਵਿੱਚ ਬੜੀ ਧੀਰਜ ਹੈ, बड़ा हौसला, बड़ी साबूरी वाले संत फकीर हो आप। समात छुदत तुम पियो न पानी। और क्या कि जदों दे तुसीं आए आ ना तुसीं भोजन छुया है, ना तुसां ने प्रसादा ते ना कोई जल इत्यादि छकिया है। एक रस रहे मौन को ठानी। एक रस रहे हो, चुप भी और इसे प्रकार थके भी हो
ਤੇ ਛਕਿਆ ਵੀ ਕੁਝ ਨਹੀਂ ਤੇ ਬੋਲੇ ਵੀ ਕੁਝ ਨਹੀਂ ਆਪ। ਸ੍ਰੀ ਗੁਰ ਕੇ ਦਰਬਾਰ ਅਗਾਰੀ, ਮਹਾਰਾਜ ਦੇ ਦਰਬਾਰ ਵਿੱਚ ਜੋ ਬੈਠਣਾ ਹੈ ਅੱਗੇ, ਨਹਿ ਬੈਠਨ ਬਨ ਹੈ ਹਟ ਧਾਰੀ। ਇਸ ਕਰਕੇ ਹੱਠ ਧਾਰ ਕੇ ਬੈਠਣਾ ਬਣਦਾ ਨਹੀਂ ਹੈ। ਲੋਕ ਵੀ ਆਉਂਦੇ ਹਨ ਤੁਹਾਨੂੰ ਵੇਖਣ ਵਾਸਤੇ ਵੀ ਮੁਸਲਮਾਨ ਜਾਮਾ ਹੈ, ਤੇ ਹਿੰਦੂਆਂ ਦੇ ਪੀਰ ਉੱਪਰ ਸ਼ਰਧਾ ਰੱਖਦੇ ਹਨ, ਤੇ ਲੋਕ ਵੀ ਆਣ ਕੇ ਦੇਖਦੇ ਨੇ। ਫਿਰ ਇਸ ਤਰ੍ਹਾਂ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਨੇ। ਕਿਰਪਾ ਕਰਕੇ ਹੁਣ ਤੁਸੀਂ ਇੱਥੋਂ ਆਪਣਾ ਧਰਨਾ ਚੁੱਕ ਦਿਓ। ਇਹ ਧਰਨਾ ਹੀ ਸੀ ਸਾਧ ਸੰਗਤ ਜੀ, ਜਿਹੜਾ ਗੁਰੂ ਇਤਿਹਾਸ ਵਿੱਚ ਪਹਿਲਾ ਮਰਨ ਵਕਤ ਵਰਤਿਆ ਨਾ, ਪਹਿਲਾ ਮਰਨ ਵਕਤ ਇਹ ਪਟਨਾ ਸਾਹਿਬ ਰੱਖਿਆ ਗਿਆ। ਵੈਸੇ ਪੰਥ ਵਿੱਚ ਕਈ ਗੁਰਮੁਖਾਂ ਨੇ ਮਰਨ ਵਰਤ ਰੱਖੇ ਨੇ, ਅੰਗਰੇਜ਼ਾਂ ਦੇ ਵੇਲੇ ਵੀ ਸਿੱਖਾਂ ਨੇ ਕਈ ਰੱਖੇ ਨੇ। ਫਿਰ ਜਦੋਂ ਪੰਜਾਬੀ ਸੂਬੇ ਦੀ ਗੱਲ ਆਈ ਸੀ, ਪੰਜਾਬੀ ਭਾਸ਼ਾ ਦੀ ਗੱਲ ਆਈ ਸੀ, ਉਦੋਂ ਵੀ ਕਈ ਗੁਰਮੁਖਾਂ ਨੇ ਮਰਨ ਵਰਤ ਰੱਖੇ ਨੇ, ਕਈ ਸ਼ਹੀਦ ਵੀ ਹੋਏ ਨੇ। ਪਰ ਬੈਠਿਆਂ ਮਨ ਵਿੱਚ ਖਿਆਲ ਆਵੇ ਵੀ ਸਭ ਤੋਂ ਪਹਿਲਾਂ ਮਰਨ ਵਰਤ ਇੱਥੇ ਪਟਨੇ ਰੱਖਿਆ, ਤੇ ਸਿਧਾਂਤ ਵਿੱਚ ਪਹਿਲਾ ਮਰਨ ਵਰਤ ਜਿਹੜਾ ਉਹ ਭਗਤ ਧੰਨਾ ਜੀ ਨੇ ਰੱਖਿਆ। ਵੈਸੇ ਹੋਂ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਜ ਨਾ ਸੁਖਾਵੈ, ਤੇ ਸਿਧਾਂਤ ਵਿੱਚ ਭਗਤ ਧੰਨਾ ਜੀ ਸਾਹਿਬ ਜੀ ਨੇ ਰੱਖਿਆ। ਤੇ ਇਤਿਹਾਸ ਵਿੱਚ ਪਹਿਲਾ ਮਰਨ ਵਰਤ ਜਿਹੜਾ ਵਾ ਉਹ ਇੱਥੇ ਰੱਖਿਆ ਗਿਆ ਵੀ ਮੈਂ ਕੁਝ ਛਕਣਾ ਨਹੀਂ ਹੈ, ਦਰਸ਼ਨ ਹੋਏ ਤੇ ਘਰ ਜਾਵਾਂਗਾ, ਨਹੀਂ ਤੇ ਇੱਥੇ ਮਰ ਜਾਵਾਂਗਾ। ਤੇ ਕਿਹਾ ਵੀ ਤੁਸੀਂ ਜਲ ਪਾਣੀ ਕੁਝ ਨਾ ਕੁਝ ਛਕ ਲਓ, 36 ਪ੍ਰਕਾਰ ਦੇ ਭੋਜਨ ਹਾਜ਼ਰ ਨੇ, ਤੇ ਆਪਣਾ ਧਰਨਾ ਚੁੱਕੋ ਹੁਣ। ਤੇ ਜਿਹੜੀ ਹੜਤਾਲ ਜੀ ਕੀਤੀ ਹੋਈ ਆ, ਇਹ ਤੁਸੀਂ ਇੱਥੋਂ ਹੁਣ ਚਾਲਾ ਮਾਰ ਦਿਓ, ਮਹਾਰਾਜ ਤਰਸ ਕਰੋ ਸਾਡੇ ਤੇ। ਸੁਨ ਕਰ ਸਹ ਭੀਖ ਪੁਨ ਬੋਲਾ, ਸੁਣ ਕਰਕੇ ਬਚਨ ਸ਼ਾਹੋ ਭੀਖ, ਭੀਖ ਸ਼ਾਹ ਭੀਖਨ ਸ਼ਾਹ ਜੀ ਸਾਈਂ ਜੀ ਬੋਲੇ। ਕੀ ਬੋਲੇ ਹਨ? ਸਰਦਾ ਜਿਸ ਕੇ ਹਿਰਦੇ ਅਡੋਲਾ। ਕਹਿੰਦੇ ਜਿਹਦੇ ਹਿਰਦੇ ਵਿੱਚ ਅਡੋਲ ਸ਼ਰਧਾ ਹੈ, ਕੋਈ ਕੱਚੀ ਸ਼ਰਧਾ ਨਹੀਂ ਵੀ ਕਿਸੇ ਕਾਮਰੇਡ ਦੀ ਗੱਲ ਸੁਣੀ, ਕਿਸੇ ਨਾਸਤਿਕ ਦੀ ਗੱਲ ਸੁਣੀ ਤੇ ਸ਼ਰਧਾ ਟੁੱਟ ਫੁੱਟ ਗਈ ਨਾ। ਦ੍ਰਿੜ ਸ਼ਰਧਾ ਹੈ, ਭਗਤੀ ਵਿੱਚੋਂ ਪੈਦਾ ਹੋਈ ਵਾਸਤਵਿਕ ਸ਼ਰਧਾ। ਪਟਨੇ ਨਗਰ ਵਿਖੇ ਜਬ ਬਰਿਓ, ਔਰ ਕਿਹਾ ਕਿ ਜਦੋਂ ਦਾ ਮੈਂ ਪਟਨੇ ਨਗਰ ਵਿੱਚ ਵੜਿਆ ਹਾਂ, ਸਿਰ ਨਿਵਾਏ ਮੈਂ ਪ੍ਰਣ ਕੋ ਕਰਿਓ। ਉਦੋਂ ਦਾ ਮੈਂ ਸਿਰ ਨਿਵਾ ਕੇ ਸਜਦਾ ਕਰਕੇ ਤੇ ਪ੍ਰਣ ਕੀਤਾ ਹੈ। ਦਰਸੋਂ ਬਰਖੁਰਦਾਰ ਹੈ ਆਦ, ਜਿਸ ਵੇਲੇ ਮੈਂ ਖੁਦਾ ਦਾ ਦੀਦਾਰ ਕਰਾਂਗਾ, ਹੁਣ ਖਾਵੋ ਪੀਵੋ ਸਾਲਾਦ। ਤੇ ਫਿਰ ਮੈਂ ਕੁਝ ਖਾਵਾਂਗਾ ਤੇ ਕੁਝ ਪੀਵਾਂਗਾ ਖੁਸ਼ੀ ਦੇ ਸਹਿਤ। ਕੋਸ ਸੈਂਕੜੇ ਚੱਲ ਕਰ ਆਏ, ਔਰ ਕਿਹਾ ਕਿ ਸੈਂਕੜੇ ਕੋ ਚੱਲ ਕੇ ਆਇਆ ਹਾਂ। ਜਨਮ ਜਾਨ ਮਨ ਹਮ ਹਰ ਖਾਏ। ਔਰ ਕਿਹਾ ਕਿ ਇਸ ਪ੍ਰਕਾਰ ਅਵਤਾਰ ਧਾਰਨਾ ਜਾਣ ਕੇ ਮੈਂ ਖੁਸ਼ ਹੋਇਆ ਸੀ, ਮੈਨੂੰ ਰੱਬ ਵੱਲੋਂ ਸੋਝੀ ਹੋਈ ਸੀਗੀ। ਲੈਣ ਦੇਣ ਕੋ ਅਪਰ ਨ ਕਾਜ, ਔਰ ਕਿਹਾ ਕਿ ਹੋਰ ਕੋਈ ਲੈਣ ਦੇਣ ਦਾ ਕੰਮ ਨਹੀਂ ਹੈ ਵੀ ਤੁਸੀਂ ਕਹੋਗੇ ਵੀ ਸ਼ਾਇਦ ਕੱਪੜੇ ਦੇ ਕੇ ਖੁਸ਼, ਔਰ ਅਨਾਜ ਦੇ ਕੇ ਜਾਂ ਦਮੜੇ ਦੇ ਕੇ ਜਾਂ ਕੋਈ ਰੋਟੀ ਪਾਣੀ ਦੇ ਕੇ ਖੁਸ਼, ਇਸ ਤਰ੍ਹਾਂ ਨਹੀਂ ਗੱਲ ਬਣੇਗੀ। ਦਰਸ਼ਨ ਏਕ ਗਰੀਬ ਨਿਵਾਜ, ਬਸ ਮੇਰੇ ਮਨ ਵਿੱਚ ਤੇ ਦਰਸ਼ਨਾਂ ਦੀ ਹੀ ਭਾਵਨਾ ਹੈ, ਦਰਸ਼ਨਾਂ ਦੀ ਹੀ ਇੱਛਾ ਹੈ ਭਾਈ। ਹਮ ਫਕੀਰ ਦਰਵੇਸ਼ ਹਮੇਸ਼। ਔਰ ਕਿਹਾ ਕਿ ਰਹੀ ਗੱਲ ਦੁੱਖ ਦੀ, ਕਸ਼ਟ ਦੀ, ਭੁੱਖਮਰੀ ਦੀ, ਕਿਹਾ ਇਹ ਤਾਂ ਅਸੀਂ ਫਕੀਰ ਲੋਕ ਹਾਂ, ਇਹ ਸਾਨੂੰ ਰੱਬ ਵੱਲੋਂ ਦਿੱਤੀ ਹੋਈ ਨੇਮਤ ਹੈ, ਜਿਹੜੀ ਮੁਸੀਬਤ ਵੀ ਹੈ, ਅਜਮਾਇਸ਼ ਵੀ ਹੈ। ਜਗ ਕਲੇਸ਼ ਚਾਹਤ ਨ ਅਸੇਸ। ਔਰ ਕਿਹਾ ਕਿ ਇਸ ਪ੍ਰਕਾਰ ਸੰਸਾਰ ਦੇ ਜਿਹੜੇ ਦੁੱਖ ਹਨ ਇਹ ਰੱਬ ਵੱਲੋਂ ਸਾਨੂੰ ਦਿੱਤੀ ਹੋਈ ਦਾਤ ਆ। ਤੇ ਫਕੀਰ ਕਾਹਦਾ ਹੈ? ਜਿਹਦੀ ਪਰਖ ਨਾ ਹੋਵੇ, ਜਿਹਦੀ ਅਜਮਾਇਸ਼ ਹੀ ਨਾ ਹੋਵੇ, ਉਹ ਫਕਰ ਕਾਹਦਾ ਹੈ? ਤੇ ਸੰਸਾਰ ਦੇ ਕਲੇਸ਼ ਤੇ ਇਸ ਪ੍ਰਕਾਰ ਇਹ ਸਾਨੂੰ ਕੋਈ ਕਸ਼ਟ ਨਹੀਂ ਦਿੰਦੇ ਹਨ। ਅਸੀਂ ਤੇ ਸਗੋਂ ਲੋਕ ਪਰਲੋਕ ਦੇ ਜਿਹੜੇ ਦੁੱਖ ਹਨ, ਹੰਤਾ ਮਮਤਾ ਕਰਕੇ ਉਹ ਕੱਟਿਆ ਚਾਹੁੰਦੇ ਹਾਂ। ਜਿਮ ਜਾਨੋ ਤਿਮ ਦਰਸ ਕਰਾਵੋ, ਬਸ ਜਿਨ ਕਿਨ ਪ੍ਰਕਾਰ ਮੈਨੂੰ ਮਹਾਰਾਜ ਜੀ ਦਾ ਦੀਦਾਰ ਕਰਾ ਦਿਓ ਆਪ। ਕਹਿਓ ਮਾਨ ਹਮਕੋ ਹਰ ਖਾਵੋ। ਬਸ ਇਹ ਸਾਡੇ ਮਨ ਦੀ ਬੇਨਤੀ ਹੈ, ਬਸ ਇਹ ਮੰਨ ਲਵੋ। ਦਰਸ਼ਨਾਂ ਤੋਂ ਬਾਅਦ ਮੈਂ ਆਪੇ ਚਲਾ ਜਾਵਾਂਗਾ, ਨਾਹੇ ਤਾਂ ਪਰੇ ਰਹਿ ਦਰਬਾਰ। ਨਹੀਂ ਤੇ ਇਸ ਦਰਬਾਰ ਦੇ ਮੂਹਰੇ ਪਿਆ ਰਹਾਂਗਾ ਮੈਂ। ਕਰਹਿ ਬੰਦਗੀ ਪਰਵਦਗਾਰ, ਪਰਵਰਦਗਾਰ ਰਚਨਹਾਰ ਨਿਰੰਕਾਰ ਕਰਤਾਰ ਦੀ ਬੰਦਗੀ ਕਰਾਂਗੇ, ਇੱਥੇ ਪ੍ਰਾਣ ਛੱਡ ਦਿਆਂਗੇ। ਹਮ ਫਕੀਰ ਸਦ ਸੰਕਟ ਸਹਿ। ਔਰ ਕਿਹਾ ਕਿ ਅਸੀਂ ਫਕਰ ਲੋਕ ਹਾਂ ਤੇ ਹਰ ਪ੍ਰਕਾਰ ਦੇ ਦੁੱਖ ਜਿਹੜੇ ਹਨ ਸਦਾ ਤੋਂ ਸਹਿੰਦੇ ਆਏ ਹਾਂ। ਇਸ ਮੈਂ ਕੋਈ ਨ ਅਚਰਜ ਹੈ। ਇਹਦੇ ਵਿੱਚ ਸਾਡੇ ਲਈ ਕੋਈ ਅਚਰਜ ਗੱਲ ਨਹੀਂ ਹੈ, ਸਾਡੇ ਕੋਈ ਹੈਰਾਨਗੀ ਦੀ ਗੱਲ ਨਹੀਂ ਹੈ। ਦਿਖ ਰਾਬ ਹੋ ਗਏ ਸੂਰਤ ਸੁੰਦਰ। ਔਰ ਕਿਹਾ ਕਿ ਦੇਖਦੇ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀ ਦਾ ਸੋਹਣਾ ਸਰੂਪ, ਗਰੀਬ ਨਿਵਾਜ ਮਹਾਰਾਜ ਜੀ ਦਾ ਦੀਦਾਰ ਸਾਨੂੰ ਕਰਾ ਦਿਓਗੇ। ਨਾਹੇ ਤਾਂ ਬੈਠੇ ਹਮ ਦਰ ਪਰ ਹੈ। ਫਿਰ ਭਲਾ ਹੋਵੇਗਾ, ਨਹੀਂ ਤੇ ਦਰਵਾਜ਼ੇ ਦੇ ਮੂਹਰੇ ਬੈਠੇ ਰਹਾਂਗੇ।
ਮਰੋ ਤਾਂ ਹਰ ਕੈ ਦੁਆਰ, ਇੱਥੇ ਮਰ ਜਾਵਾਂਗੇ। ਜਦੋਂ ਮਰੇ ਹੋਵਾਂਗੇ ਫਿਰ ਮਤ ਹਰ ਪੁੱਛਾ ਕੌਣ ਹੈ ਪਰਾ ਹਮਾਰਾ ਬਾਰ। ਕਦੇ ਤਾਂ ਵੇਖੇਗਾ ਨਾ, ਭਾਵੇਂ ਮਰੇ ਤੇ ਵੇਖ ਲਵੇ ਕਿ ਕੌਣ ਮਰਿਆ ਪਿਆ ਹੈ ਆਖਰ। ਜਦੋਂ ਮਾੜੀ ਜੀ ਝਲਕੀ ਦੇ ਦੇਵੇਗਾ ਨਾ, ਮਾੜੇ ਜੇ ਮਟੱਕੇ ਨਾਲ ਹੀ ਦੇਖ ਲਵੇਗਾ ਮੇਰੇ ਵੱਲ, ਬਸ ਉਦੋਂ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਵੇਗੀ। ਜਿੰਦਿਆਂ ਕੇ ਮਰਿਆਂ ਬਸ ਉਹਦੀ ਦ੍ਰਿਸ਼ਟੀ ਪੈ ਜਾਵੇ, ਹੋਰ ਕੁਛ ਨਹੀਂ ਚਾਹੀਦਾ ਹੈ। ਪੂਰਨ ਹੋਏ ਕਾਮਨਾ ਜਬੈ, ਜਦੋਂ ਮਨ ਦੀ ਭਾਵਨਾ ਪੂਰੀ ਹੋ ਜਾਵੇਗੀ, ਖਾਨ ਪਾਨ ਕਰ ਹੈ ਮੁਖ ਤਬੈ। ਉਦੋਂ ਫਿਰ ਕੁਝ ਨਾ ਕੁਝ ਛਕ ਛਕਾ ਲਵਾਂਗੇ। ਜੇ ਚਾਹੁੰਦੇ ਆ ਕਿ ਅਸੀਂ ਕੁਝ ਛਕੀਏ ਛਕਾਈਏ ਤੇ ਫਿਰ ਦੀਦਾਰ ਕਰਾ ਦਿਓ ਭਾਈ। ਦ੍ਰਿੜ ਨਿਸਚਾ ਹਮਰੇ ਮਨ ਏਮ, ਔਰ ਕਿਹਾ ਕਿ ਸਾਡੇ ਮਨ ਵਿੱਚ ਇਹ ਦ੍ਰਿੜ ਨਿਸ਼ਚਾ ਹੈ, ਇਹ ਪੂਰੀ ਪੱਕੀ ਗੱਲ ਹੈ, ਪੱਥਰ ਤੇ ਲਕੀਰ ਹੈ। ਦੇਹ ਦਰਸ ਲਖ ਕੈ ਮਨ ਪ੍ਰੇਮ, ਤੇ ਮੈਨੂੰ ਇਹ ਪੂਰਾ ਅਕੀਦਾ ਹੈ ਕਿ ਗਰੀਬ ਨਵਾਜ ਮਹਾਰਾਜ ਮੇਰੇ ਹਿਰਦੇ ਦਾ ਪ੍ਰੇਮ ਜਾਣ ਕੇ ਮੈਨੂੰ ਦੀਦਾਰ ਦੇਣਗੇ। ਸੇਵਕ ਜੁਤ ਸੁਨ ਸਰੋਣ ਕਿਰਪਾਲ, ਕਹਿੰਦੇ ਇਸ ਪ੍ਰਕਾਰ ਜਦੋਂ ਇਹ ਗੁਰਮੁਖ ਮਹਾਂਪੁਰਖ ਬ੍ਰਹਮ ਗਿਆਨੀ ਖੁਦਾ ਰਸ਼ੀਦ ਦੇ ਕੌਲ ਸੁਣੇ ਹਨ, ਬਚਨ ਸੁਣੇ ਹਨ, ਪਰਖਿਓ ਸਾਹਸ ਅਚਲ ਵਿਸਾਲ। ਉਸ ਵੇਲੇ ਪਰਖ ਲਿਆ ਵੀ ਵਾਕਈ ਇਹਨਾਂ ਦੇ ਹਿਰਦੇ ਵਿੱਚ ਬੜਾ ਜ਼ਿਆਦਾ ਹਠ ਆ, ਕੋਈ ਸਧਾਰਨ ਗੱਲਾਂ ਨਹੀਂ ਤੇ ਉੱਪਰ ਦੀਆਂ ਗੱਲਾਂ ਕਰਦੇ ਹਨ। ਮਾਤ ਨਾਨਕੀ ਕੇ ਢਿਗ ਆਏ, ਉਸ ਵੇਲੇ ਸਤਿਕਾਰਯੋਗ ਦਾਦੀ ਮਾਂ ਮਾਤਾ ਨਾਨਕੀ ਜੀ ਸਾਹਿਬ ਜੀ ਦੇ ਪਾਸ ਆਏ ਹਨ। ਹੱਥ ਜੋੜ ਸਭ ਗਾਥ ਜਨਾਏ, ਉਸ ਵੇਲੇ ਹੱਥ ਜੋੜ ਕੇ ਸਾਰੀ ਕਥਾ ਵਾਰਤਾ ਜੋ ਬਚਨ ਵਿਲਾਸ ਹੋਇਆ ਸੀ ਸੁਣਾਇਆ ਹੈ। ਹਟ ਫਕੀਰ ਨੇ ਕਰਿਓ ਬਡੇਰੇ, ਔਰ ਕਿਹਾ ਕਿ ਉਸ ਫਕਰ ਨੇ, ਉਸ ਬ੍ਰਹਮ ਗਿਆਨੀ ਨੇ ਪੂਰਾ ਹੱਠ ਧਾਰਿਆ ਹੋਇਆ ਹੈ। ਉਠ ਹੈ ਨਹੀਂ ਬਿਨ ਦਰਸ਼ਨ ਹੇਰੇ, ਇਹ ਤਾਂ ਗੱਲ ਪੂਰੀ ਪੱਕੀ ਹੈ ਮਾਤਾ ਜੀ ਸਾਹਿਬ ਕੇ ਬਿਨਾਂ ਦੀਦਾਰ ਤੋਂ ਉਠੇਗਾ ਨਹੀਂ ਉਹ ਸਾਧ। ਕਰੋ ਆਪਨੇ ਹਿਰਦੇ ਵਿਚਾਰੀ, ਇਸ ਕਰਕੇ ਆਪਣੇ ਹਿਰਦੇ ਵਿੱਚ ਵਿਚਾਰ ਕਰ ਲਵੋ ਆਪ। ਤਾਰੈ ਜਿਮ ਦਿੜ ਸਾਹਸ ਧਾਰੀ, ਤੇ ਉਹ ਤਾਂ ਨਹੀਂ ਉਠੇਗਾ, ਪੂਰੀ ਤਰ੍ਹਾਂ ਉਹਨੇ ਹੱਠ ਧਾਰਿਆ ਹੋਇਆ ਹੈ। ਉਹਨੂੰ ਕਿਵੇਂ ਅਸੀਂ ਟਾਲ ਮਟੋਲ ਕੀਤਾ ਜਾਵੇ ਤੁਸੀਂ ਦੇਖ ਲਵੋ। ਥਕਤ ਛੁਦਤ ਜਲ ਕੋ ਨ ਛੂਏ, ਔਰ ਪੈਦਲ ਚੱਲ ਕੇ ਆਇਆ ਹੈ, ਥੱਕਿਆ ਵੀ ਹੋਇਆ ਹੈ, ਪਿਆਸਾ ਵੀ ਹੋਵੇਗਾ, ਭੁੱਖਾ ਵੀ, ਬਾਵਜੂਦ ਇਹਦੇ ਪਾਣੀ ਤੱਕ ਨਹੀਂ ਛੋਇਆ ਉਹਨੇ। ਦਰ ਪਰ ਬੈਠੇ ਰਾਤ ਬਿਤਾਏ, ਸਾਰੀ ਰਾਤ ਅਸੀਂ ਵਹਿੰਦੇ ਰਹੇ ਠੰਡ ਦੇ ਵਿੱਚ। ਉਹ ਬਾਹਰ ਬੈਠਾ ਰਿਹਾ, ਥੱਲੇ ਮਸੱਲਾ, ਕੋਈ ਉੱਪਰ ਚਾਦਰ ਇਤਿਆਦਿਕ ਨਹੀਂ, ਕੋਈ ਤਲਾਈ ਰਜਾਈ ਇਤਿਆਦਿਕ ਨਹੀਂ, ਐਡਾ ਉਹ ਹੱਠ ਧਰਮੀ ਹੈ। ਅਬ ਜੁਗ ਜਾਮ ਦਿਵਸ ਬਿਤ ਗਏ, ਇਸ ਕਰਕੇ ਦੇਖ ਲਓ ਹੁਣ ਦਿਨ ਵੀ ਜਿਹੜਾ ਹੈ 2 ਪਹਿਰ ਬਤੀਤ ਹੋ ਗਿਆ, 12 ਵੱਜ ਗਏ ਹਨ ਦੁਪਹਿਰ ਦੇ। ਤਉ ਅਛੋਭ ਸਤੀਰਜ ਭਇਓ, ਕਹਿੰਦੇ ਫਿਰ ਵੀ ਉਹ ਸ਼ੋਭ ਹੈ, ਉੱਥੇ ਆਨੰਦ ਵਿੱਚ ਬੈਠਾ ਹਿਲਜੁਲ ਤੱਕ ਨਹੀਂ ਕਰਦਾ ਹੈ। ਸਹਤ ਸਨੇਹ ਬਾਖ ਮੁਖ ਕਹੇ, ਕਹਿੰਦੇ ਉਹ ਪ੍ਰੇਮ ਦੇ ਸਮੇਤ ਜੋ ਵੀ ਬਚਨ ਕਰਦਾ ਨਾ, ਬਸ ਉਹ ਮੁਖ ਦੇ ਵਿੱਚੋਂ ਫੁੱਲੀ ਕਰਦੇ ਹਨ। ਦਰਸ਼ਨ ਸਤਿਗੁਰ ਕੀ ਇਛ ਅਹੇ, ਉਹਦੇ ਮਨ ਵਿੱਚ ਮਹਾਰਾਜ ਦੇ ਦਰਸ਼ਨਾਂ ਦੀ ਭਾਰੀ ਤਮੰਨਾ ਹੈ। ਇਹ ਅਵਤਾਰ ਰੂਪ ਵਿਦਤਾਏ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਵਤਾਰ ਪ੍ਰਗਟ ਹੋਏ ਨੇ, ਐਸਾ ਬਚਨ ਕਹਿੰਦਾ ਹੈ। ਦਰਸ਼ਨ ਚਹਤ ਦੂਰ ਤੇ ਆਏ, ਉਹ ਦਰਸ਼ਨ ਚਾਹੁੰਦਾ ਹੈ, ਦੂਰੋਂ ਪੈਦਲ ਚੱਲ ਕੇ ਆਇਆ, ਉਹਨੂੰ ਕਿੱਥੋਂ ਖਬਰ ਗਈ ਹੋਵੇਗੀ? ਅਜੇ ਤੇ ਖਬਰ ਪਹੁੰਚੀ ਵੀ ਨਹੀਂ ਹੈ ਪੰਜਾਬ ਦੇ ਵਿੱਚ। ਮਾਤ ਨਾਨਕੀ ਸੁਣ ਤਿਸ ਕਾਲ, ਕਹਿੰਦੇ ਇਸ ਪ੍ਰਕਾਰ ਮਾਤਾ ਨਾਨਕੀ ਜੀ ਸਾਹਿਬ ਜੀ ਨੇ ਬਚਨ ਸੁਣਿਆ। ਕਹਿਓ ਬਾਕ ਸੁਨ ਭਰਾਤ ਕਿਰਪਾਲ, ਉਸ ਵੇਲੇ ਬਚਨ ਸੁਣਿਆ ਤੇ ਕਹਿਆ ਹੈ ਮਾਮਾ ਕਿਰਪਾਲ ਚੰਦ ਜੀ ਸਾਹਿਬ ਜੀ ਦੇ ਤਾਈ। ਅੰਤਰ ਪੋਰੇ ਪ੍ਰਿਅੰਕ ਡਸਾਵੋ, ਔਰ ਕਿਹਾ ਵੀ ਇਸ ਤਰ੍ਹਾਂ ਕਰੋ ਵੀ ਦਰਵਾਜ਼ੇ ਦੇ ਬਾਹਰ-ਬਾਰ ਇਸ ਹਵੇਲੀ ਵਿੱਚ ਪਲੰਘ ਢਾ ਦਿਓ। ਰਚਿਆ ਸਰਬ ਪ੍ਰਕਾਰ ਕਰਾਵੋ, ਤੇ ਹਰ ਪ੍ਰਕਾਰ ਦੇ ਹਿਫਾਜ਼ਤ ਦੀ ਇੰਤਜ਼ਾਮ ਜਿਹੜੇ ਨੇ ਉਹ ਹਰ ਪ੍ਰਕਾਰ ਦੇ ਸਿੰਘ ਸੂਰਮੇ ਮਰ ਜੀ ਬੜੇ ਤਿਆਰ ਬਰ ਤਿਆਰ ਰਹਿਣ, ਹਰ ਪ੍ਰਕਾਰ ਦੇ ਇੰਤਜ਼ਾਮ ਹੋਣ। ਸਿੱਖ ਸੇਵਕ ਸਭ ਹੀ ਹੋਏ ਤੀਰ, ਤੇ ਹਰ ਪ੍ਰਕਾਰ ਦੇ ਸਿੱਖ ਸੇਵਕ ਜਿਹੜੇ ਨੇ ਘੇਰਾ ਪਾ ਕੇ ਔਰ ਮਹਾਰਾਜ ਦੇ ਉਹ ਪਰਿਵਾਰ ਚ ਫੇਰੇ ਹੋਣ। ਫਰਸ਼ ਕਰਾਵੋ ਸੁੰਦਰ ਚੀਰ, ਤੇ ਸੋਹਣੇ ਜਿਹੜੇ ਫਰਸ਼ ਹਨ, ਦਲਾਈਆਂ ਵਿਛਾਉਣੇ ਇਤਿਆਦਿਕ, ਤੇ ਇਸੇ ਪ੍ਰਕਾਰ ਦਰੀਆਂ ਗਲੀਚੇ ਸਾਰੇ ਵਿਛਾ ਦਿਓ ਭਾਈ। ਗਾਵਹਿ ਗੁਰ ਕੇ ਸ਼ਬਦ ਉਦਾਰ, ਤੇ ਸਾਰੇ ਮਹਾਰਾਜ ਦੇ ਪ੍ਰੇਮ ਦੇ ਸਹਿਤ ਹਮ ਘਰ ਸਾਜਨ ਆਏ, ਇਹ ਸ਼ਬਦ ਗਾਉਣਾ ਕਰੋ। ਆਪਨ ਰਬਾਬੀ ਲਿਹੋ ਹਕਾਰ, ਆਪਣੇ ਜਿਹੜੇ ਰਬਾਬੀ ਹਨ ਗੁਰੂ ਘਰ ਦੇ ਵਿੱਚ, ਦੇਖ ਲਓ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਸਾਮ ਬੰਗਾਲ ਦੇ ਵਿੱਚ ਨੇ, ਤੇ ਬਕਾਇਦਾ ਇੱਥੇ ਰਬਾਬੀ ਮੌਜੂਦ ਹਨ। ਉਸ ਸਮੇਂ ਵੀ ਮਹਾਰਾਜ ਦੇ ਹਜ਼ੂਰੀ ਰਾਗੀ ਹੋਣਗੇ, ਜਿਵੇਂ ਅੱਜ ਵੀ ਮਹਾਰਾਜ ਦੇ ਹਜ਼ੂਰੀ ਰਾਗੀ 8 ਜਥੇ ਹਨ। ਤਖਤ ਸਾਹਿਬ ਜੀ ਦੇ ਹਜ਼ੂਰੀ ਰਾਗੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੰਗਤ ਕਥਾ ਸੁਣਦੀ ਆ, ਕੋਈ 80 ਲੱਖ ਤੋਂ ਵੱਧ ਸਰੀਰ ਕਥਾ ਸੁਣਦਾ ਹੈ। ਤੇ ਮਨ ਵਿੱਚ ਖਿਆਲ ਆਉਣ ਡਿਆ 10ਵੇਂ ਪਾਤਸ਼ਾਹ ਪ੍ਰੇਰਨ ਵਾਲੇ ਆ। ਵੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਹਜ਼ੂਰੀ ਰਾਗੀ ਵਿਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਂਦੇ ਨੇ, ਸੰਗਤ ਲਾਹਾ ਲੈਂਦੀ ਆ, ਫਿਰ ਸਾਰੇ ਸਥਾਨਾਂ ਤੋਂ ਰਾਗੀ ਸਿੰਘ ਸਾਹਿਬਾਨ ਆਉਂਦੇ ਨੇ। ਪਰ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਕਦੇ ਕਦੇ, ਆਪ ਜੀ ਵੀ ਸ਼ਾਇਦ ਮਹਿਸੂਸ ਕਰਦੇ ਹੋਵੋਗੇ
ਵੀ ਕਦੀ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ ਕਿ ਪਟਨਾ ਸਾਹਿਬ ਜੀ ਤੋਂ ਰਾਗੀ ਜਥੇ ਆਏ ਹੈ। ਕਿਉਂ ਭਾਈ, ਅਸੀਂ ਇਹ ਮਹਾਰਾਜ ਦੇ ਹਜ਼ੂਰੀਏ ਨਹੀਂ ਹਨ ਦਸਵੇਂ ਪਾਤਸ਼ਾਹ ਜੀ। ਆਪਾਂ ਕਿਉਂ ਨਹੀਂ ਇਹਨਾਂ ਨੂੰ ਵਿਦੇਸ਼ਾਂ ਵਿੱਚ ਬੁਲਾਉਂਦੇ ਹਾਂ, ਘਰਾਂ ਵਿੱਚ ਕਿਉਂ ਨਹੀਂ ਬੁਲਾਉਂਦੇ ਹਾਂ, ਪੰਜਾਬ ਦੇ ਵਿੱਚ ਹੋਰ ਥਾਵਾਂ ਪ੍ਰਥਾਵਾਂ 'ਤੇ ਕਿਉਂ ਨਹੀਂ ਬੁਲਾਉਂਦੇ ਹਾਂ? ਬੁਲਾਉਣਾ ਚਾਹੀਦਾ ਹੈ। ਦਸਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰੀਏ ਨੇ, ਭਾਵੇਂ ਸਾਦੀਆਂ ਧੁਨਾਂ 'ਚ ਹੀ ਕੀਰਤਨ ਕਰਦੇ ਨੇ, ਗਰੀਬ ਨਵਾਜ ਮਹਾਰਾਜ ਇਹਨਾਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਇਹਨਾਂ ਗੁਰਮੁਖਾਂ ਤੋਂ ਲਾਹਾ ਲੈਂਦੇ ਨੇ। ਤੁਸੀਂ ਵੀ ਲਾਹਾ ਲਿਆ ਕਰੋ। ਜਿੱਥੇ ਦਸਵੇਂ ਪਾਤਸ਼ਾਹ ਨੇ ਪ੍ਰਤੱਖ ਤੇ ਆਉਣਾ ਨਹੀਂ ਹੈ, ਨਾ ਸਾਡੀਆਂ ਐਡੀਆਂ ਕਮਾਈਆਂ ਨੇ ਕਿ ਸਾਡੇ ਪ੍ਰਤੱਖ ਮਹਾਰਾਜ ਦਸਵੇਂ ਪਾਤਸ਼ਾਹ ਆਉਣ, ਤੇ ਇਹਨਾਂ ਗੁਰਮੁਖਾਂ ਦੇ ਦੀਦਾਰ ਵਿੱਚੋਂ ਹੀ ਸਾਧ ਸੰਗਤ ਜੀ ਆਪ ਜੀ ਨੂੰ ਦਸਵੇਂ ਪਾਤਸ਼ਾਹ ਦੇ ਦੀਦਾਰ ਹੋਵੇਗਾ। ਬੇਅੰਤ ਟੀਵੀ ਚੈਨਲ ਇਹ ਕਥਾ ਵਿਖਾ ਰਹੇ ਨੇ, ਜਿਹੜੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਗੁਰਮੁਖ ਪਿਆਰੇ ਨੇ, ਭਾਈ ਹਰਪ੍ਰੀਤ ਸਿੰਘ ਜੀ ਦਰਦੀ ਦਾਸ ਦੇ ਬੜੇ ਪਿਆਰੇ ਨੇ, ਉਹਨਾਂ ਦੇ ਨਾਲ ਲੰਮੇ ਅਰਸੇ ਦਾ ਪਿਆਰ ਹੈ। ਸੋ ਜਦੋਂ ਕਥਾ ਚੱਲਦੀ ਸੀ ਇਹ ਸਿੱਧ ਗੋਸ਼ਟ ਦੀ, ਸੋ ਟਾਈਮ ਟੀਵੀ ਨੇ ਵਿਖਾਈ ਸੀ 72 ਦਿਨ। ਮੈਨੂੰ ਕਹਿੰਦੇ ਵੀ ਕੋਈ ਸੇਵਾ ਸਾਡੇ ਤੋਂ ਲਓ। ਮੈਂ ਕਿਹਾ ਵੀ ਨਹੀਂ, ਮੈਂ ਨਹੀਂ ਸੇਵਾ ਮੰਗਦਾ ਨਹੀਂ ਹਾਂ, ਨਾ ਮੈਂ ਲੈਂਦਾ ਹਾਂ। ਨਹੀਂ ਲਓ ਆਖੇ, ਨਹੀਂ ਜੀ। ਤੀਜੀ ਵਾਰੀ ਕਿਹਾ, ਮੈਂ ਕਿਹਾ ਜੇ ਕੋਈ ਸੇਵਾ ਦੇਣੀ ਹੈ ਤੇ ਫਿਰ ਬਸਤਰ ਭੇਜੋ ਤੇ ਟੇਲਰ ਭੇਜੋ। ਉਹਨਾਂ ਨੇ ਪੰਜਾਬ ਤੋਂ ਬਸਤਰ ਭੇਜੇ ਤੇ ਪੰਜਾਬ ਤੋਂ ਟੇਲਰ ਭੇਜਿਆ। ਪਟਿਆਲੇ ਉਹਨਾਂ ਦਾ ਹੈੱਡ ਆਫਿਸ ਆ, ਤੇ ਰਾਗੀ ਸਿੰਘਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਬਸਤਰ ਸਮਾ ਕੇ ਦਿੱਤੇ। ਇਸ ਪ੍ਰਕਾਰ ਇਹ ਦਸਵੇਂ ਪਾਤਸ਼ਾਹ ਦੇ ਹਜ਼ੂਰੀ ਰਾਗੀ ਹਨ। ਤੁਸੀਂ ਵੀ ਆਪਣੇ ਮਨ ਵਿੱਚ ਅਰਦਾਸ ਕਰੋ, ਮਹਾਰਾਜ ਤੁਹਾਨੂੰ ਪ੍ਰੇਰਨਗੇ। ਮਹਾਰਾਜ ਦੇ ਹਜ਼ੂਰੀ ਰਾਗੀ ਨੇ ਮੇਰੇ ਮਨ 'ਚ ਆਇਆ ਤੇ ਮੈਂ ਕਹਿਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਬਾਰਾ ਕਿਰਪਾ ਕਰਕੇ ਤੁਕ ਪੜਿਓ। ਸੁਨਤ ਸਕਲ ਕਰਵਾਏ ਸਤਿਆਰੀ। ਇਸ ਪ੍ਰਕਾਰ ਆਪਨ ਰਾਗੀ ਲੀਏ ਬੁਲਾਏ। ਮਾਤਾ ਜੀ ਸਾਹਿਬ ਜੀ ਨੇ ਕਿਹਾ ਵੀ ਜਿਹੜੇ ਆਪਣੇ ਰਾਗੀ ਨੇ, ਰਾਗੀ ਬਾਹਰ ਦੇ ਵੀ ਹੁੰਦੇ ਹਨ, ਕਿਹਾ ਵੀ ਜਿਹੜੇ ਆਪਣੇ ਰਾਗੀ ਨੇ ਉਹਨਾਂ ਨੂੰ ਬੁਲਾਓ, ਉਹ ਕੀਰਤਨ ਕਰਨਗੇ ਤੇ ਦੀਦਾਰ ਹੋਵੇਗਾ ਸਾਈਂ ਜੀ ਨਾਲ ਨੂੰ। ਕਰਿਓ ਮੇਲ ਸੰਗਤ ਮਿਲ ਸਾਰੀ। ਇਸ ਤਰ੍ਹਾਂ ਮੇਲ ਮਿਲਾਪ ਹੋਇਆ, ਸੰਗਤ ਮਿਲੀ ਹੈ। ਅਨਕ ਉਪਾਇਨ ਕੋਲੇ ਆਏ। ਉਸ ਵੇਲੇ ਗੁਰਸਿੱਖ ਭੇਟਾਵਾਂ ਲੈ ਕੇ ਆਏ ਹਨ। ਪ੍ਰਥਮ ਕਰਹਿ ਦਰਸ਼ਨ ਹਰ ਖਾਏ। ਸਭ ਤੋਂ ਪਹਿਲਾਂ ਦਰਸ਼ਨ ਕਰਦੇ ਹਨ ਪ੍ਰਸੰਨ ਹੋ ਕੇ। ਰੰਗਦਾਰ ਚਗਲੀ ਪਟ ਝੀਨ। ਮਹਾਰਾਜ ਦੇ ਸਰੀਰ ਤੇ ਬਹੁਤ ਸੋਹਣਾ ਕੱਪੜਾ, ਬੜਾ ਪਸ਼ਮੀਨੇ ਦਾ ਬਣਿਆ ਹੋਇਆ, ਰੰਗਦਾਰ ਸੋਹਣਾ ਮਹਾਰਾਜ ਦੇ ਸਰੀਰ ਤੇ ਸਜਾਇਆ ਹੋਇਆ। ਚਮਕਤ ਗੋਟਾ ਲਗਿਓ ਮਹੀਨ। ਤੇ ਜਿਹਦੇ ਚਫੇਰੇ ਗੋਟਾ ਲੱਗਿਆ ਹੋਇਆ, ਬੜਾ ਸੁੰਦਰ ਚਮਕਦਾ ਹੈ। ਅਨਕ ਭਾਂਤ ਕੀ ਹੁਤੀ ਸੋ ਤਿਆਰ। ਅਨੇਕਾਂ ਪ੍ਰਕਾਰ ਦੀ ਤਿਆਰੀ ਕੀਤੀ ਹੋਈ ਸੀਗੀ। ਦਰਸ਼ਨ ਕਰ ਅਰ ਪਹਿ ਤਿਸ ਬਾਰ। ਉਸ ਵੇਲੇ ਸਾਰੇ ਸਮੇਂ ਮਹਾਰਾਜ ਦੇ ਦਰਸ਼ਨ ਕਰਦੇ ਨੇ, ਭੇਟਾਵਾਂ ਅਰਪਦੇ ਹਨ ਸਭ। ਸੋ ਸੁਨ ਸੁਨ ਉਤਲਾਵਤ ਜਿਨ੍ਹਾਂ ਦੇ ਮਨ ਵਿੱਚ ਲਿਆਏ। ਦਰਸ਼ਨਾਂ ਦੀ ਇੱਛਾ ਸੀ, ਇਕੱਠੇ ਹੋ ਕੇ ਆ ਗਏ ਹਨ। ਉਤੇ ਕਿਨਹੂ ਭੂਖਨ ਕਿਸੇ ਨੇ ਕਰਵਾਏ। ਗਹਿਣੇ ਕਢਵਾਏ ਸੀ, ਕਿਸੇ ਨੇ ਬਸਤਰ ਤਿਆਰ ਕੀਤਾ ਸੀ, ਕਿਸੇ ਨੇ ਕੋਈ ਮਿਸ਼ਠਾਨ ਪਦਾਰਥ ਤਿਆਰ ਕੀਤਾ ਸੀ ਕਿ ਪਹਿਲਾ ਦੀਦਾਰ ਕਰਨਾ ਹੈ ਮਹਾਰਾਜ ਦਾ। ਦਰਸ਼ਨ ਕੀ ਪ੍ਰਤੀਖਣਾ ਬਾਰੇ। ਜਿਹੜੇ ਦਰਸ਼ਨਾਂ ਦੀ ਪ੍ਰਤੀਖਣਾ ਵਾਲੇ ਸਨ, ਉਡੀਕ ਵਾਲੇ ਸਨ। ਪਹੁੰਚਤ ਪੇ ਸਿੱਖ ਸੇਵਕ ਸਾਰੇ। ਸਾਰੇ ਸਿੱਖ ਸੇਵਕ ਪਹੁੰਚੇ ਹਨ ਮਹਾਰਾਜ ਦੇ ਦਰਸ਼ਨਾਂ ਦੇ ਵਾਸਤੇ। ਇੱਥੇ 12ਵੀਂ ਰਾਸ ਦਾ ਜਿਹੜਾ 15ਵਾਂ ਨੰਬਰ ਅਧਿਆਏ ਹੈ, ਉਹ ਪੂਰਾ ਅਧਿਆਏ, ਸੋ ਇਹ ਕਰੀਬਨ 40 ਪੌੜੀਆਂ ਦਾ ਪੂਰੇ ਸਮੇਂ ਵਿੱਚ ਪੂਰਾ ਹੋ ਗਿਆ ਹੈ। ਜਿਵੇਂ ਸਾਈਂ ਜੀ ਨਾਨੂੰ ਤੇ ਸਾਨੂੰ ਸਾਰਿਆਂ ਨੂੰ ਮਹਾਰਾਜ ਦਾ ਦੀਦਾਰ ਹੋਵੇਗਾ, ਉਹ ਆਪਾਂ ਕਥਾ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਸਕਾਂਗੇ। ਇੱਥੇ ਸਮਾਂ ਆਪਣੀ ਮੰਜ਼ਿਲ 'ਤੇ ਹੈ। ਤਖਤ ਸਾਹਿਬ ਜੀ ਤੋਂ 11 ਪ੍ਰਭਾਤ ਫੇਰੀਆਂ ਦਸਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਪ੍ਰਕਾਸ਼ ਉਤਸਵ ਗੁਰਪੁਰਬ ਦੀ ਖੁਸ਼ੀ ਵਿੱਚ ਪ੍ਰਾਰੰਭ ਹੁੰਦੀਆਂ ਹਨ। ਪਹਿਲੀ ਪ੍ਰਭਾਤ ਫੇਰੀ ਅੱਜ ਅੰਮ੍ਰਿਤ ਵੇਲੇ ਪ੍ਰਾਰੰਭ ਹੋਈ ਸੀ, ਜੋ ਮਹਾਰਾਜ ਦੇ ਲੀਲਾ ਸਥਾਨ ਬਾਲ ਲੀਲਾ ਦੇ ਪਵਿੱਤਰ ਅਸਥਾਨ 'ਤੇ ਗਈ ਸੀ। ਕੱਲ੍ਹ ਦੂਸਰੀ ਪ੍ਰਭਾਤ ਫੇਰੀ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰਦੁਆਰਾ ਕੰਗਣ ਘਾਟ ਸਾਹਿਬ ਆਦਿਕ ਅਸਥਾਨਾਂ ਤੋਂ ਵਿਚਰਦੀ ਹੋਈ ਸੋ ਫਿਰ ਤਖਤ ਸਾਹਿਬ ਜੀ 'ਤੇ ਆਵੇਗੀ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ 4:30 ਵਜੇ ਪ੍ਰਭਾਤ ਫੇਰੀ ਪ੍ਰਾਰੰਭ ਹੋਵੇਗੀ। ਸਮੇਂ ਸਮੇਂ 'ਤੇ ਹਾਜ਼ਰੀਆਂ ਭਰਨੀਆਂ। ਦੂਸਰਾ ਗੁਰਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਦਿਹਾੜਾ ਹੈ, ਉਹ ਅੱਜ ਗੁਰਦੁਆਰਾ ਬਾਲ ਲੀਲਾ ਸਾਹਿਬ ਮਨਾਇਆ ਜਾ ਰਿਹਾ ਹੈ। ਦੀਵਾਨ ਉੱਥੇ ਚੱਲ ਰਹੇ ਨੇ ਸ਼ਾਮ ਤੋਂ ਹੀ, ਸੋਧਰ ਦੇ ਸਮੇਂ ਤੋਂ ਹੀ। ਸੋ ਹੁਣ ਵੀ ਕੀਰਤਨ ਹੋ ਰਿਹਾ। ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਗੁਰਮੁਖ ਪਿਆਰੇ ਆਏ ਹੋਏ ਹਨ। ਉੱਥੇ ਵੀ ਗੁਰੂ ਕੀਆਂ ਸੰਗਤਾਂ ਇੱਥੋਂ ਬਾਅਦ ਹੁਣ ਜਾ ਕੇ ਜ਼ਰੂਰ ਹਾਜ਼ਰੀਆਂ ਭਰਨ। ਕਥਾ ਦੀ ਵੀ ਹਾਜ਼ਰੀ ਹੈ, ਜਾ ਕੇ ਮਹਾਰਾਜ ਦੀ ਬਾਣੀ ਅਤੇ ਗੁਰੂ ਕੇ ਇਤਿਹਾਸ ਨੂੰ ਸਰਵਣ ਕਰਨ। ਜਿੰਨੀਆਂ ਵੀ ਸੰਗਤਾਂ ਇੱਥੇ ਹਾਜ਼ਰੀਨ ਹਨ ਅਤੇ ਲੋਕਲ ਸੰਗਤਾਂ ਦੇ ਤਾਈਂ ਇਹ ਬੇਨਤੀ ਹੈ। ਲੇਖੈ ਗਣਤ ਨਾ ਛੁਟੀਆ, ਕਾਚੀ ਪੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਸੋ ਸੁਨ ਸੁਨ ਉਤਲਾਵਤ ਲਿਆਏ। ਹੁਤੇ ਕਿਨਹੂ ਭੂਖਨ ਕਰਵਾਏ।
ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।